ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ 78 ਅੰਗ ਤੇ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਪਾਵਨ ਸ਼ਬਦ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੈ। ਸੰਤ ਉਚਾਰਨ ਕੀਤੇ ਹਨ। ਕਰ ਦੂਜਾ ਦੂਸਰੇ ਘਰ ਸੁਰ ਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਛੰਦ ਤੋਂ ਭਾਵ ਹੁੰਦੀ ਛੰਦ ਦੀ ਚਾਲ ਹੈ। ਕਾਵ ਅਤੇ ਛੰਦ ਨੂੰ ਮਿਲਾ ਕਰਕੇ ਛੰਦ ਉਚਾਰਨ ਕੀਤਾ ਹੈ। ਮਹਾਰਾਜ ਇਸ ਬਾਣੀ ਅੰਦਰ ਜਿੱਥੇ ਵੀ ਛੰਦ ਤੋਂ ਭਾਵ ਪਰਮੇਸ਼ਰ ਦਾ ਜਸ ਉਚਾਰਨ ਕਰਦੇ ਹਨ। ਛੰਦ ਵਿੱਚ ਰਹਾਉ ਦੀਆਂ ਪੰਕਤੀਆਂ ਨਹੀਂ ਆਉਂਦੀਆਂ ਹੁੰਦੀਆਂ, ਸੋ ਇਹ ਸਤਿਗੁਰੂ ਮਹਾਰਾਜ ਦੀ ਸੁਤੰਤਰਤਾ ਹੈ ਕਿ ਜੇ ਰਹਾਉ ਦੀ ਪੰਕਤੀ ਉਹ ਆਪ ਲਿਖ ਵੀ ਦੇਣ, ਪਰ ਸੰਤਾਂ ਵਿੱਚ ਰਹਾਉ ਦੀਆਂ ਪੰਕਤੀਆਂ ਨਹੀਂ ਆਉਂਦੀਆਂ। ਇਸ ਕਰਕੇ ਸ਼ਬਦ ਦਾ ਪ੍ਰਯੋਜਨ ਪਹਿਲੀਆਂ ਪੰਕਤੀਆਂ ਵਿੱਚ ਹੀ ਹੁੰਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਹੁੰਦੀ ਕਿਰਪਾ। ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਓੰਕਾਰ ਦੀ ਪ੍ਰਾਪਤੀ ਹੁੰਦੀ ਜੀਵ ਨੂੰ। ਸੋ ਇਸ ਤਰ੍ਹਾਂ ਮੰਨ ਲਓ ਕਿ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲਾ ਜਗਿਆਸੂ ਜਿਵੇਂ ਬੇਨਤੀ ਕਰਦਾ ਹੈ, ਮੁੰਦ ਇਆਣੀ ਪੀੜੈ ਕਿਉਂ ਕਰ ਹਰ ਦਰਸ਼ਨ ਪਿਖੈ। ਜੀਵ ਰੂਪ ਜੋ ਮੁੰਦ ਹੁੰਦੀ ਇਸਤਰੀ, ਪਤੀ ਦੀ ਪ੍ਰਾਪਤੀ ਦਾ ਸ਼ੌਂਕ ਹੋਣਾ ਪਰ ਚੱਜ ਨਾ ਹੋਣਾ, ਪਰਮੇਸ਼ਰ ਦੇ ਮਿਲਣ ਦੀ ਇੱਛਾ ਹੋਣੀ ਪਰ ਚੱਜ ਨਹੀਂ ਕਿ ਮਿਲਣਾ ਕਿਵੇਂ। ਮਹਾਰਾਜ ਕਹਿੰਦੇ ਜੀਵ ਰੂਪ ਇਸਤਰੀ ਮਾਤ ਲੋਕ ਰੂਪ ਇਹ ਜਿਹੜਾ ਹੁੰਦਾ ਪੇਕੇ ਘਰ ਵਿੱਚ ਇਆਣੀ ਅਗਿਆਤ ਹੋ ਰਹੀ ਹੈ, ਬਿਨਾਂ ਸੋਝੀ ਤੋਂ ਬੈਠੀ ਹੈ, ਭੁੱਲਿਆ ਹੋਇਆ ਹੈ ਮਰਨਾ। ਸੋ ਆਪ ਕਿਰਪਾ ਕਰਕੇ ਦੱਸੋ ਇਹ ਇਸਤਰੀ ਜੋ ਜੀਵ ਰੂਪ ਇਸਤਰੀ ਹੈ, ਜਗਿਆਸੂ ਹੈ, ਹਰੀਪਤੀ ਪਰਮਾਤਮਾ ਦਾ ਦਰਸ਼ਨ ਕਿਸ ਤਰੀਕੇ ਨਾਲ ਇਹਨੂੰ ਹੋ ਸਕਦਾ। ਸਤਿਗੁਰੂ ਮਹਾਰਾਜ ਜੀ ਉੱਤਰ ਦਿੰਦਿਆਂ ਫਰਮਾਉਂਦੇ ਨੇ ਕਿ ਇਹ ਤਾਂ ਭਾਈ ਪਰਮਾਤਮਾ ਦੀ ਮਿਹਰ ਹੀ ਹੁੰਦੀ ਹੈ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁਰੜੈ ਕੰਮ ਸਿੱਖੈ। ਦੁੱਖਾਂ ਦੇ ਨਾਸ਼ ਕਰਨ ਵਾਲਾ ਵਾਹਿਗੁਰੂ ਜੋ ਹੈ ਨਾ, ਉਹ ਜੇ ਆਪਣੀ ਕਿਰਪਾ ਦ੍ਰਿਸ਼ਟੀ ਕਰੇ, ਮਿਹਰ ਦੀ ਨਿਗਾਹ ਨਾਲ ਕਿਤੇ ਤੱਕ ਲਵੇ ਜੀਵ ਵੱਲ, ਇਹ ਉਹਦੀ ਰਜਾ ਹੀ ਹੈ। ਬਸ ਆਸ ਲਾ ਕੇ ਰੱਖੀਏ ਪਰਮਾਤਮਾ ਤੇ ਕਿ ਸਾਡੇ ਤੇ ਵੀ ਇੱਕ ਦਿਨ ਕਿਰਪਾ ਦ੍ਰਿਸ਼ਟੀ ਨਾਲ ਤੱਕੋ, ਮਿਹਰ ਕਰੋ, ਤਾਂ ਹੀ ਮਹਾਰਾਜ ਕਿਰਪਾ ਕਰਦੇ ਨੇ। ਫਿਰ ਜੀਵ ਰੂਪ ਇਸਤਰੀ ਜਿਹੜੀ ਹੈ ਗੁਰਮੁਖ ਤੋਂ ਭਾਵ ਗੁਰਾਂ ਦੁਆਰਾ ਸਾਹੁਰੜਾ ਹੁੰਦਾ, ਪਰਲੋਕ ਘਰ ਵਿੱਚ ਇਸ ਦੁਨੀਆ ਵਿੱਚ ਸੁੱਖ ਦੇ ਸਹਿਤ ਵਸਣ ਦੇ ਕੰਮ ਸਿੱਖਦੀ ਹੈ। ਸਾਹੁਰੜਾ ਨਾਮ ਪਰਲੋਕ ਦਾ ਹੈ। ਪਰਲੋਕ ਦਾ ਭਾਵ ਲੋਕਾਂ ਤੋਂ ਪਰੇ ਜੋ ਪਰਮਾਤਮਾ ਹੈ। ਪ੍ਰਲੋਕ ਪਰੇ ਲੋਕ ਜੋ ਲੋਕਾਂ ਤੋਂ ਪਰੇ ਹੈ, ਉਹਦੀ ਪ੍ਰਾਪਤੀ ਦੇ ਕੰਮ ਨੂੰ ਸਿੱਖਦੀ ਹੈ ਸਤਿਗੁਰਾਂ ਦੇ ਕੋਲੋਂ। ਸਾਹੁਰੜਾ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ। ਗੁਰਾਂ ਦੁਆਰਾ ਪਰਲੋਕ ਰੂਪੀ ਸਹੁਰੇ ਘਰ ਵਿੱਚ ਸੁੱਖ ਨਾਲ ਵਸਣ ਦੇ ਕੰਮ ਸਿੱਖਦੀ ਹੈ। ਸਾਹੁਰੜਾ ਨਾਮ ਪਰਲੋਕ ਦਾ ਹੈ। ਲੋਕਾਂ ਤੋਂ ਪਰੇ ਜੋ ਪਰਮਾਤਮਾ ਉਹਦੀ ਪ੍ਰਾਪਤੀ ਦੇ ਕੰਮ ਸਿੱਖਦੀ ਹੈ। ਇੱਕ ਹੁੰਦਾ ਪੇਈੜਾ ਤੋਂ ਭਾਵ ਪਹਿਲਾਂ ਕਹਿ ਚੁੱਕੇ ਨੇ ਪੇਕੇ। ਇਸੇ ਤਰ੍ਹਾਂ ਸਾਹੁਰੜਾ ਪਰਲੋਕ ਗੁਰਾਂ ਦੁਆਰੇ ਸਦਾ ਹੀ ਹਰ ਹਰ ਨਾਮ ਨੂੰ ਧਿਆਉਂਦੀ ਰਹਿੰਦੀ ਹੈ। ਸੋ ਜਿਵੇਂ ਇੱਕ ਲੜਕੀ ਆਪਣੇ ਪੇਕੇ ਘਰ ਦੇ ਵਿੱਚ ਜਿੰਨਾ ਵੇਸਲਾਪਣਾ ਦਿਖਾ ਦਿੰਦੀ ਹੈ, ਕੰਮ ਨਹੀਂ ਕਰਦੀ, ਕੰਮ ਸਿੱਖਦੀ ਨਹੀਂ, ਓਨਾ ਹੀ ਅੱਗੇ ਜਾ ਕੇ ਤੰਗ ਹੋਣਾ ਪੈਂਦਾ, ਤਾਨੇ ਮਿਹਣੇ ਸਹਿਣੇ ਪੈਂਦੇ ਨੇ ਕਿ ਮਾਂ ਨੇ ਕੁਛ ਸਿਖਾਇਆ ਨਹੀਂ ਤੈਨੂੰ। ਪਰ ਜੇ ਸਿੱਖੀ ਹੋਵੇ ਤਾਂ ਸਹੁਰੇ ਘਰ ਜਾ ਕੇ ਜਸ ਹੁੰਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਸ ਲੋਕ ਵਿੱਚ ਰਹਿੰਦਿਆਂ ਹੋਇਆਂ ਜਿਨ੍ਹਾਂ ਨੇ ਗੁਰਸਿੱਖੀ ਦਾ ਸਿੱਖਣਾ ਕੀਤਾ ਹੈ, ਗੁਰ ਮਰਿਆਦਾ ਕਮਾਈ ਹੈ, ਅਣਥੱਕ ਸੇਵਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਦੀ, ਫਿਰ ਸਿਮਰਨ ਕੀਤਾ ਰਾਤ ਨੂੰ ਬੈਠ ਕੇ, ਸਵਾਸ ਸਵਾਸ ਬਿਰਥਾ ਨਾ ਜਾਣ ਦਿੱਤਾ, ਉਹਦੇ ਮਸਤਕ ਉੱਤੇ ਮਣੀ ਚਮਕ ਪੈਂਦੀ।
ਅਤੇ ਪਰਲੋਕ ਦੇ ਵਿੱਚ ਜਾ ਕੇ ਉਹਦਾ ਜਸ ਹੁੰਦਾ ਹੈ, ਸੋਭਾ ਹੁੰਦੀ ਹੈ। ਸਹੀਆਂ ਵਿੱਚ ਫਿਰੈ ਸੁਹੇਲੀ, ਹਰ ਦਰਗਹਿ ਬਾਹਾਂ ਲੁੜਾਏ। ਉਹ ਜਿਹੜੀ ਜੀਵ ਰੂਪ ਇਸਤਰੀ ਹੈ, ਮਹਾਤਮਾ ਰੂਪ ਸਹੀਆਂ ਸਖੀਆਂ 'ਚ ਸੁਹੇਲੀ ਤੋਂ ਭਾਵ ਸੁਖੀ ਹੋਈ ਫਿਰਦੀ ਹੈ, ਜਿਹੜੀ ਸਾਹੁੜਾ ਕੰਮ ਸਿੱਖ ਲੈਂਦੀ ਹੈ, ਨਾਮ ਜਪਦੀ ਹੈ ਅਤੇ ਹਰੀ ਦੀ ਦਰਗਾਹ ਵਿੱਚ ਬੁੱਧੀ ਰੂਪ ਬਾਂਹ ਨੂੰ ਲੁੜਾ ਕੇ ਤੋਂ ਭਾਵ ਹੁੰਦਾ ਬੇਫਿਕਰ ਹੋ ਕੇ ਟਹਿਲ ਰਹੀ ਹੈ, ਮੌਜਾਂ ਕਰਦੀ ਹੈ। ਜਿਵੇਂ ਭਗਤ ਰਵਿਦਾਸ ਜੀ ਨੇ ਲਿਖਿਆ ਬਚਨ, ਬੇਗਮਪੁਰਾ ਸ਼ਹਿਰ ਕੋ ਨਾਉ। ਉਹ ਬੇਗਮਪੁਰੇ ਸ਼ਹਿਰ ਦੇ ਵਿੱਚ ਭਾਵ ਸੱਚਖੰਡ ਦੇ ਵਿੱਚ ਜਾ ਕੇ ਬੇਗਮ, ਜਿੱਥੇ ਕੋਈ ਗਮ ਨਹੀਂ ਹੈ, ਉਸ ਥਾਂ ਦੇ ਉੱਤੇ ਜਾ ਕੇ ਉਹ ਜੀਵ ਰੂਪ ਇਸਤਰੀ ਜਿਉਂ-ਜਿਉਂ ਸੈਲ ਕਰਹਿ ਤਿਉਂ ਭਾਵੈ। ਜਿਉਂ-ਜਿਉਂ ਸੈਲ ਕਰਦੀ ਹੈ ਤਿਉਂ-ਤਿਉਂ ਭਾਉਂਦਾ ਸਾਰਾ ਕੁਛ। ਸੱਚਖੰਡ ਦੇ ਵਿੱਚ ਆਨੰਦ ਮਾਣਦੀ ਹੈ, ਬਾਂਹ ਲੁਡਾ ਕੇ ਤੁਰਦੀ ਹੈ, ਬੇਫਿਕਰੀ ਨਾਲ ਤੁਰਦੀ ਹੈ। ਸੋ ਰੱਬ ਦੇ ਪਿਆਰੇ ਭਗਤ ਰਵਿਦਾਸ ਜੀ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਸੰਸਾਰ ਭਰ ਦੇ ਵਿੱਚ ਦੁਨੀਆ ਥਾਂ-ਥਾਂ ਦੇ ਉੱਤੇ ਭਗਤ ਰਵਿਦਾਸ ਦਾ ਜਨਮ ਦਿਨ ਮਨਾ ਰਹੀ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਸੀ। ਪਰਮਾਤਮਾ ਨਾਲ ਭਗਤੀ ਕਰਕੇ ਇੱਕ ਮਿੱਕ ਹੋ ਜਾਣਾ ਬਹੁਤ ਵੱਡੀ ਗੱਲ ਹੈ। ਪਰਮਾਤਮਾ ਨਾਲ ਇੱਕ ਮਿੱਕ ਹੋ ਕੇ ਭਗਤ ਰਵਿਦਾਸ ਜੀ ਨੇ ਭਗਤੀ ਕੀਤੀ ਜਦੋਂ, ਤਾਂ ਇੰਨੀ ਉੱਚੀ ਪਦਵੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਦੀ ਬਾਣੀ ਗੁਰਾਂ ਨੇ ਦਰਜ ਕੀਤੀ। ਸਾਰੇ ਭਗਤਾਂ ਨੂੰ, ਜੋ 15 ਭਗਤ ਸੀ, ਉਹਨਾਂ ਨੂੰ ਮਾਣ ਆਦਰ ਸਤਿਕਾਰ ਦਿੱਤਾ ਆਪ ਪਰਮੇਸ਼ਰ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਾਣੀ ਰਚਿਤ ਕੀਤੀ। ਹਰ ਰੋਜ਼ ਰਾਤ ਨੂੰ 1 ਵਜੇ ਦੇ ਕਰੀਬ ਜਦੋਂ ਆਪ ਜੀ ਇਸ਼ਨਾਨ ਕਰਕੇ ਬੈਠਦੇ ਤਾਂ ਸਾਰੇ ਭਗਤਾਂ ਦਾ ਆਗਮਨ ਹੁੰਦਾ ਸੀ। ਸਾਰਿਆਂ ਭਗਤਾਂ ਦੀ ਬਾਣੀ ਆਪ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਕੀਤੀ, ਜਿਹੜੇ ਵਾਹਿਗੁਰੂ ਨਾਲ ਇੱਕ ਮਿੱਕ ਹੋਏ ਨੇ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਸੋ ਐਸੇ ਵਿਰਾਗੀ ਤਿਆਗੀ ਰੱਬ ਦੇ ਪਿਆਰੇ ਭਗਤ ਰਵਿਦਾਸ ਜੀ ਨੂੰ ਅੱਜ ਯਾਦ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ, ਹਰ ਰੋਜ਼ ਆਪਾਂ ਮਹਾਰਾਜ ਨੂੰ ਮੱਥਾ ਟੇਕਦੇ। ਸਮੂਹ ਭਗਤ, ਸਮੂਹ ਪਰਮੇਸ਼ਰ ਦੇ ਨਾਮਾਂ ਨੂੰ ਅੱਜ ਤੱਕ ਜੋ ਵੀ ਹੋਏ ਨੇ ਸੰਸਾਰ ਵਿੱਚ, ਰੱਬ ਦੇ ਪਿਆਰੇ ਜਿੰਨੇ ਪਰਮੇਸ਼ਰ ਦੇ ਨਾਮ ਨੇ, ਸਮੁੱਚੇ ਰੂਪ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ ਮਹਾਰਾਜ ਦੀ, ਤਾਂ ਕੋਈ ਕਸਰ ਬਾਕੀ ਨਹੀਂ ਰਹਿ ਜਾਂਦੀ ਵੀ ਹੁਣ ਹੋਰ ਕੁਝ ਮੰਨਣਾ ਪਵੇਗਾ। ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ, ਉਹਨੇ ਸਾਰਿਆਂ ਨੂੰ ਹੀ ਮੱਥਾ ਟੇਕ ਲਿਆ। ਉਹ ਬ੍ਰਹਿਮੰਡ ਵਿੱਚ ਜਿੰਨੀਆਂ ਸ਼ਕਤੀਆਂ, ਸਭ ਦਾ ਨਾਮ ਮਹਾਰਾਜ ਦੇ ਵਿੱਚ, ਸਾਰੇ ਭਗਤਾਂ ਦਾ ਨਾਮ ਸੋ ਮਹਾਰਾਜ ਦੇ ਵਿੱਚ। ਸੋ ਇਸ ਤਰ੍ਹਾਂ 5,500 ਵਾਰ ਜਿਵੇਂ ਹਰ 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 ਉਚਾਰਨ ਕੀਤਾ ਮਹਾਰਾਜ ਨੇ, 50,000 ਵਾਰੀ ਤਾਂ ਨਾਨਕ ਨਾਮ ਹੀ ਹੈ। ਇਸ ਤਰ੍ਹਾਂ ਰਾਮ ਰਾਮ, ਹਰੀ, ਗੋਬਿੰਦ, ਮੁਕੰਦ, ਨਾਰਾਇਣ, ਦਮੋਦਰ, ਮੁਰਾਰੀ, ਕੀਰਤਨ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ। ਮਾਰੂ ਮਹੱਲਾ 5ਵਾਂ ਜਿਵੇਂ ਮਹਾਰਾਜ ਨੇ ਉਚਾਰਨ ਕੀਤੇ ਨੇ ਸਾਰੇ ਪਰਮੇਸ਼ਰ ਦੇ ਨਾਮ। ਪੁਰਾਣੀ ਬੋਲੀ ਵਿੱਚ ਉਹਨੂੰ ਸਹੰਸਰ ਨਾਮਾ ਕਹਿ ਕੇ ਵੀ ਬੁਲਾਇਆ ਜਾਂਦਾ। ਪੁਰਾਣੇ ਸਮੇਂ ਵਿੱਚ ਗੁਰਸਿੱਖ ਜਾਪ ਸਾਹਿਬ ਨੂੰ ਵੀ ਸਹੰਸਰ ਨਾਮਾ ਕਹਿੰਦੇ। ਸੋ ਇਸ ਤਰ੍ਹਾਂ ਗੁਰਮੁਖਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਬਚਨ ਯਾਦ ਆ ਗਏ ਨੇ ਕਿ ਕਹਿੰਦੇ ਨੇ, ਬੇਗਮਪੁਰਾ ਸ਼ਹਿਰ ਕੋ ਨਾਮ ਬੇਗਮ, ਗਮ ਤੋਂ ਰਹਿਤ, ਉਹ ਥਾਂ ਦਾ ਨਾਮ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਇੱਕ ਰੱਖੈ। ਧਰਮਰਾਜ ਦੀ ਕਚਹਿਰੀ ਵਿੱਚ ਜੋ ਬਾਕੀ ਲੇਖਾ ਦੇਣਾ ਰਹਿੰਦਾ ਸੀ, ਉਹ ਲੇਖੇ ਨੂੰ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਕੇ ਸੋ ਆਕਰਖ ਕਰਨਾ ਕਿ ਰੱਖੈ, ਆਪਣੇ ਵੱਲ ਖਿੱਚ ਲਿਆ, ਭਾਵ ਮੁਕਾ ਹੀ ਦਿੱਤਾ ਹੈ। ਔਰ ਜਿਵੇਂ ਕਿਸਾਨ ਕੱਟਦਾ ਖੇਤੀ ਨੂੰ, ਕ੍ਰਿਸ ਕਰਨਾ, ਕਿਰਖਾ ਕਰਨਾ, ਕੱਟ ਹੀ ਦਿੱਤਾ ਹੈ। ਭਗਤ ਰਵਿਦਾਸ ਜੀ ਵੀ ਫਰਮਾਉਂਦੇ ਨੇ, ਚਿੱਤਰਗੁਪਤ ਨੂੰ ਕਹਿਣ ਲੱਗੇ, ਤੁਸੀਂ ਮੇਰੇ ਮੋਢਿਆਂ ਤੇ ਕਾਹਦੇ ਲਈ ਭਾਰ ਪਾਇਆ? ਕਹਿੰਦੇ ਜੀ, ਸਾਨੂੰ ਪਰਮਾਤਮਾ ਦਾ ਹੁਕਮ ਹੈ ਕਿ ਹਰੇਕ ਦੇ ਮੋਢਿਆਂ ਤੇ ਅਸੀਂ ਬੈਠਦੇ ਹਾਂ, ਖੱਬੇ ਸੱਜੇ,
ਚਿੱਤਰ ਤੇ ਗੁਪਤ। ਇੱਕ ਜਣਾ ਦਿਨ ਦੀ ਸਾਰੀ ਕਿਰਿਆ ਲਿਖਦਾ, ਇੱਕ ਜਣਾ ਰਾਤ ਦੀ ਕਿਰਿਆ ਲਿਖਦਾ। ਭਗਤ ਰਵਿਦਾਸ ਜੀ ਕਹਿਣ ਲੱਗੇ, ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਕਹਿੰਦੇ ਮੇਰਾ ਤੁਸੀਂ ਕੀ ਲਿਖੋਗੇ? ਸਵੇਰੇ ਉੱਠਦਾ, ਇਸ਼ਨਾਨ ਕਰਦਾ, ਰਾਮ ਰਾਮ ਜਪਦਾ, ਦਿਨੇ ਚੰਗੇ ਕੰਮ ਕਰਦਾ, ਦਾਨ ਪੁੰਨ ਕਰਦਾ। ਉਹ ਜਾਓ ਕਿਸੇ ਮਾੜੇ ਬੰਦੇ ਕੋਲ ਜਾ ਕੇ ਲੇਖ ਲਿਖੋ, ਮੇਰੇ ਕੋਲ ਕਾਹਨੂੰ ਬੈਠੇ ਹੋ? ਚਲੇ ਜਾਓ ਮੇਰੇ ਪਾਸੋਂ। ਮੇਰੇ ਹਿਰਦੇ 'ਚ ਤਾਂ ਰਾਮ ਦਾ ਨਾਮ ਵਸਿਆ, ਪਰਮੇਸ਼ਰ ਦਾ ਨਾਮ ਵਸਿਆ। ਸੋ ਇਸ ਕਰਕੇ ਸਾਨੂੰ ਤੁਹਾਡੀ ਲੋੜ ਨਹੀਂ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੇ ਜਿਹਨੇ ਲੇਖੇ ਹੁੰਦੇ ਨੇ ਧਰਮਰਾਜ ਦੇ ਦਰ 'ਤੇ, ਉਹ ਜਿਉਂ-ਜਿਉਂ ਆਪਾਂ ਨਾਮ ਜਪੀ ਜਾਂਦੇ ਹਾਂ, ਜਿਉਂ-ਜਿਉਂ ਨਾਮ ਜਪੀ ਜਾਂਦੇ ਹਾਂ, ਉਹ ਤਿਉਂ-ਤਿਉਂ ਕਰਕੇ ਹੀ ਸਾਰੇ ਹੀ ਕੱਟੇ ਤੁਰੇ ਜਾ ਰਹੇ ਨੇ ਲੇਖ। ਨਾਮ ਜਪ ਕੇ ਉਹਨਾਂ ਨੂੰ ਖਿੱਚ ਹੀ ਲਿਆ ਹੈ, ਮੁਕਾ ਹੀ ਦਿੱਤਾ। ਮੁੰਦ ਇਆਣੀ ਪਈੜੈ, ਗੁਰਮੁਖ ਹਰ ਦਰਸ਼ਨ ਦਿਖੈ। ਜੋ ਜੀਵ ਰੂਪ ਇਸਤਰੀ ਹੈ ਨਾ, ਮਾਤ ਲੋਕ ਰੂਪ ਪੇਕੇ ਘਰ 'ਚ ਇਆਣੀ ਹੈ, ਅਗਿਆਤ ਹੋ ਰਹੀ ਹੈ, ਸਮਝ ਨਹੀਂ, ਬੇਸਮਝ ਹੋ ਰਹੀ ਹੈ। ਉਹਨੇ ਗੁਰਮੁਖ ਜਿਹੜੇ ਨੇ ਗੁਰਾਂ ਦੁਆਰੇ ਹਰੀ ਰੂਪ ਪਤੀ ਦਾ ਦਰਸ਼ਨ ਦੇਖ ਲਿਆ ਹੈ। ਸੋ ਜਿਸ ਜੀਵ ਰੂਪ ਇਸਤਰੀ ਨੂੰ ਪਰਮੇਸ਼ਰ ਪਤੀ ਦੀ ਪ੍ਰਾਪਤੀ ਹੋਈ ਹੈ, ਉਹ ਆਪਣੀ ਜਿਹੜੀ ਵਿਵਸਥਾ ਹੈ ਉਹ ਹੁਣ ਸੰਤਾਂ ਨੂੰ ਸੁਣਾਉਂਦੀ ਹੈ ਕਿ ਗੁਰਮੁਖੋ ਮੇਰਾ ਤਾਂ ਪਰਮਾਤਮਾ ਨਾਲ ਵਿਆਹ ਹੋ ਗਿਆ, ਆਤਮਿਕ ਤੌਰ 'ਤੇ ਮੈਂ ਵਿਆਹੀ ਗਈ ਹਾਂ, ਉਹ ਮੇਰਾ ਮਾਲਕ, ਮੈਂ ਉਹਦੀ ਪਤਨੀ। ਜੀਵ ਰੂਪ ਇਸਤਰੀ ਹੈ, ਸਰੀਰ ਵੱਖਰਾ ਹੈ, ਸਰੀਰ ਕਰਕੇ ਸੰਸਾਰੀ ਵਿਆਹ ਹੈ, ਸਰੀਰ ਕਰਕੇ ਸੰਸਾਰੀ ਚੀਜ਼ਾਂ, ਪਰ ਆਤਮਿਕ ਤੌਰ 'ਤੇ ਜੀਵ ਰੂਪ ਇਸਤਰੀ ਪਰਮਾਤਮਾ ਦੀ ਪਤਨੀ ਬਣ ਜਾਂਦੀ ਹੈ। ਉਹ ਹੁਣ ਸੰਤਾਂ ਮਹਾਤਮਾ ਨੂੰ ਸੁਣਾਉਂਦੀ ਹੈ। ਵਿਆਹੋ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਇਹ ਮੇਰੇ ਬਾਬਲਾ, ਇਹ ਪਿਆਰੇ ਸੰਤ ਜਨੋਂ, ਹੁਣ ਮੇਰਾ ਪਰਮੇਸ਼ਰ ਰੂਪ ਪਤੀ ਨਾਲ ਵਿਆਹ ਹੋ ਗਿਆ, ਭਾਵ ਮੈਂ ਉਹਦੇ ਵਿੱਚ ਲੀਨ ਹੋ ਗਈਆਂ। ਮਹਾਤਮਾ ਨੇ ਪੁੱਛਿਆ ਤੇਰਾ ਵਿਆਹ ਹੋਇਆ ਕਿਵੇਂ? ਕਹਿੰਦੇ ਗੁਰਮੁਖੇ ਹਰ ਪਾਇਆ। ਮੈਂ ਜੀ ਗੁਰਾਂ ਦੁਆਰਾ ਹਰੀਪਤੀ ਪਰਮਾਤਮਾ ਨੂੰ ਪ੍ਰਾਪਤ ਕੀਤਾ। ਵਿਆਹ ਹੋਣ ਦੀ ਨਿਸ਼ਾਨੀ ਕੀ ਤੇਰੇ ਦੀ? ਪਰਮਾਤਮਾ ਨਾਲ ਤੂੰ ਲੀਨ ਹੋਇਆ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਕਹਿੰਦੇ ਜਿਸ ਵੇਲੇ ਗੁਰਾਂ ਨੇ ਕਿਰਪਾ ਕਰਕੇ ਪ੍ਰਚੰਡ ਹੁੰਦਾ, ਤੀਕਸ਼ਣ ਗਿਆਨ, ਤਿੱਖਾ ਗਿਆਨ, ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਪ੍ਰਚੰਡ ਹੁੰਦਾ, ਤਿੱਖਾ ਗਿਆਨ ਰੂਪ ਦੀਵਾ ਬੁਲਾਇਆ, ਜਗਾਇਆ, ਬਾਲਿਆ, ਤਾਂ ਅਗਿਆਨ ਰੂਪੀ ਹਨੇਰਾ ਜਿਹੜਾ ਸੀ ਉਹ ਕੱਟਿਆ ਗਿਆ, ਨਿਵਰਤ ਹੋ ਗਿਆ ਮੇਰਾ ਹਨੇਰਾ। ਮੇਰੇ ਉੱਤੇ ਕਿਰਪਾ ਹੋ ਗਈ ਵਾਹਿਗੁਰੂ ਦੀ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ। ਗੁਰਾਂ ਦੁਆਰੇ ਜਦੋਂ ਗਿਆਨ ਰੂਪ ਦੀਵਾ ਬਲਿਆ, ਜਗਿਆ, ਤਾਂ ਅਗਿਆਨ ਰੂਪ ਹਨੇਰਾ ਜਿਹੜਾ ਸੀ ਉਹ ਨਾਸ਼ ਹੋ ਗਿਆ। ਅਗਿਆਨ ਰੂਪ ਹਨੇਰੇ ਦੇ ਦੂਰ ਹੋਣ ਕਰਕੇ ਹੀ ਹਰ ਰਤਨ ਪਦਾਰਥ ਲਾਧਾ। ਹਰੀ ਰੂਪ ਜਿਹੜਾ ਰਤਨ ਸੀ, ਅਮੋਲਕ ਪਦਾਰਥ ਨੂੰ ਅੰਤःਕਰਨ ਰੂਪ ਘਰ ਚੋਂ ਹੀ ਅੰਦਰੋਂ ਹੀ ਦੇਖ ਲਿਆ, ਮਿਲ ਗਿਆ ਮੈਨੂੰ, ਪਰਮਾਤਮਾ ਹੀ ਮਿਲ ਗਿਆ ਅੰਦਰੋਂ। ਉਹ ਜਿਹੜੀ ਜੋਤ ਰੱਖੀ ਹੋਈ ਸੀ ਹਿਰਦੇ 'ਚ, ਉਹ ਗੁਰਾਂ ਦੀ ਕਿਰਪਾ ਨਾਲ ਅੰਦਰੋਂ ਹੀ ਸਾਖਿਆਤ ਹੋ ਗਈ। ਜੋਤ ਦੇ ਸਾਖਿਆਤ ਹੋਣ ਕਰਕੇ ਜਿਹੜਾ ਮੱਧਮ ਜੇ ਦੀਵੇ ਵਾਂਗੂ ਪਹਿਲਾਂ ਮੇਰੀ ਬੁੱਧੀ ਸੀ, ਸੋ ਉਸੇ ਦੇ ਵਿੱਚ ਹੀ ਆਤਮਿਕ ਲਾਈਟ ਹੋਰ ਜ਼ਿਆਦਾ ਵੱਧ ਗਈ। ਜਿਸ ਥਾਂ 'ਤੇ ਬਿਜਲੀ ਬਣਦੀ ਹੈ ਡੈਮ ਦੇ ਉੱਤੇ, ਉੱਥੋਂ ਆਪਣੇ ਘਰ ਤੱਕ ਲਾਈਟ ਆਉਂਦੀ ਹੈ। 0 ਵਾਟ ਦਾ ਬੱਲਬ ਹੈ, ਹੋਰ ਵੱਡੇ ਨੇ, ਪਰ ਜਿੱਥੇ ਜੇ ਸਿੱਧਾ ਹੀ ਉੱਥੇ ਹੀ ਪਹੁੰਚ ਗਿਆ ਜਿੱਥੇ ਬਿਜਲੀ ਬਣਦੀ, ਜਿੱਥੋਂ ਪ੍ਰਕਾਸ਼ ਚੱਲਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿਹੜਾ ਹਿਰਦੇ ਦੇ ਅੰਦਰ ਆਤਮਾ ਹੈ, ਆਤਮਾ ਦਾ ਪ੍ਰਕਾਸ਼ ਬੁੱਧੀ ਤੇ ਪੈਂਦਾ। ਪਿੱਛੋਂ ਤਾਂ ਲਾਈਟ ਪੂਰੀ ਆ ਰਹੀ ਹੈ, ਪਰ ਬੱਲਬ ਛੋਟਾ, ਤੇ ਬੱਲਬ 'ਚ ਜੇ ਛੋਟਾ ਜਿਹਾ ਤਾਂ ਫਿਰ ਉਹਨੇ ਓਨਾ ਕੀ ਚਾਨਣ ਕਰਨਾ ਹੈ। ਬੁੱਧੀ ਤੁੱਛ ਜੀ ਬੁੱਧੀ ਹੁੰਦੀ ਇਨਸਾਨ ਦੀ। ਪਰ ਸਤਿਗੁਰੂ ਕਹਿੰਦੇ ਨੇ ਜਿਸ ਇਨਸਾਨ ਦੀ ਬੁੱਧੀ ਤੁੱਛ ਹੈ, ਕਿਸੇ ਹੱਦ ਤੱਕ ਸੀਮਤ ਸੋਚਦੀ ਹੈ, ਕਿਸੇ ਹੱਦ ਤੇ ਜਾ ਕੇ ਸੋਚਣਾ ਬੰਦ ਕਰ ਦਿੰਦੀ, ਕਿਉਂਕਿ ਇੰਨਾ ਚਾਨਣ ਨਹੀਂ ਬੁੱਧੀ ਵਿੱਚ ਜਿੰਨਾ ਆਪਾਂ ਸਮਝਦੇ ਹਾਂ। ਕਿਉਂਕਿ ਜਦੋਂ ਅਸੀਂ ਦੇਖਿਆ ਬੁੱਧੀ ਰੂਪ ਦੀਵਾ, ਉਹਨੂੰ ਲਾਈਟ ਕਿੱਥੋਂ ਮਿਲਦੀ ਆ? ਆਤਮਿਕ ਸੂਰਜ ਤੋਂ ਲਾਈਟ ਮਿਲਦੀ ਆ ਉਹਨੂੰ। ਸੂਰਜ ਬਹੁਤ ਵੱਡਾ ਹੁੰਦਾ। ਜਦੋਂ ਅਸੀਂ ਆਤਮਾ ਤੱਕ ਪਹੁੰਚੇ
ਤਾਂ ਗੁਰ ਗਿਆਨ ਪ੍ਰਚੰਡ ਬਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਫਿਰ ਸਾਨੂੰ ਅੰਦਰੋਂ ਹੀ ਲੱਭ ਪਿਆ ਸੂਰਜ, ਸੂਰਜਾਂ ਦਾ ਵੀ ਸੂਰਜ, ਨਮੋ ਸੂਰਜ ਸੂਰਜ, ਕਰੋੜਾਂ ਸੂਰਜਾਂ ਦਾ ਪ੍ਰਕਾਸ਼। ਉਹ ਨਿੱਕਾ ਜਿਹਾ ਜਿਹੜਾ ਟਟਿਆਣਾ ਜਿਹਾ ਸੀ ਬੁੱਧੀ ਰੂਪ, ਉਹ ਤਾਂ ਲੱਭਦਾ ਹੀ ਨਹੀਂ, ਕਿੱਧਰ ਗਿਆ ਹੁਣ। ਅੰਧਿਆਰੇ ਦੀਪਕ ਚਹੀਐ, ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਹੁਣ ਜਦੋਂ ਅੰਦਰ ਦੇਖਿਆ, ਇਹ ਤਾਂ ਬਹੁਤ ਵੱਡਾ ਗਿਆਨ ਹੈ। ਹੁਣ ਸੰਸਾਰੀ ਜੀਵ ਦਾ ਗਿਆਨ ਤਾਂ ਉਹਦੇ ਸਾਹਮਣੇ ਕੁਝ ਵੀ ਨਹੀਂ ਹੁੰਦਾ। ਆਤਮਿਕ ਗਿਆਨ ਜਿਨ੍ਹਾਂ ਦੇ ਕੋਲ ਹੁੰਦਾ, ਜਦੋਂ ਉਹ ਆਪਣਾ ਗਿਆਨ ਦੁਨੀਆ ਦੇ ਅੱਗੇ ਰੱਖਦਾ, ਫਿਰ ਜਿਹੜਾ ਬੁੱਧੀ ਵਾਲਾ ਗਿਆਨ ਵਾਲਾ ਬੰਦਾ, ਉਹ ਦੁਨੀਆ 'ਚ ਬਹੁਤ ਦੁਨੀਆ ਨੂੰ ਮੰਨਦੀ ਸੀ ਵੀ ਇਹ ਬੰਦੇ ਦੀ ਬੁੱਧੀ ਬਹੁਤ ਜ਼ਿਆਦਾ, ਇਹਨੇ ਬੜੀ ਖੋਜ ਕੀਤੀ, ਬੜਾ ਕੁਛ ਆਹ ਕੀਤਾ। ਪਰ ਜਦੋਂ ਆਤਮਿਕ ਗਿਆਨ ਵਾਲਾ ਉਹਦੇ ਸਾਹਮਣੇ ਗਿਆ, ਉਹ ਦੀਵੇ ਵਾਂਗੂ ਫਿੱਕਾ ਪੈ ਜਾਂਦਾ। ਇਸੇ ਕਰਕੇ ਫਿਰ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਭਗਤ ਤਾਂ ਆਤਮਿਕ ਲਾਈਟ ਵਿੱਚ ਹੈ, ਅਤੇ ਜਿਹੜੇ ਦੁਨਿਆਵੀ ਲੋਕ ਨੇ ਉਹ ਬੁੱਧੀ ਦੇ ਵਿੱਚ ਜਿਉਂਦੇ ਨੇ। ਸਾਰੇ ਪੰਡਤਾਂ ਨੂੰ ਇੰਨੀ ਔਖਿਆਈ ਹੋਈ ਭਗਤ ਰਵਿਦਾਸ ਜੀ ਤੇ, ਉਹ ਕਹਿਣ ਲੱਗੇ ਆ ਕੇ ਕਿ ਤੁਸੀਂ ਨੀਵੀਂ ਜਾਤੀ ਵਾਲੇ ਹੋ, ਤੁਹਾਨੂੰ ਲੋਕ ਮੱਥਾ ਟੇਕਦੇ ਨੇ, ਤੁਸੀਂ ਮੱਥਾ ਕਿਉਂ ਟਿਕਾਉਂਦੇ ਹੋ। ਭਗਤ ਰਵਿਦਾਸ ਜੀ ਕਹਿਣ ਲੱਗੇ, ਨਾ ਪਹਿਲਾਂ ਨਾ ਕਿਸੇ ਨੇ ਮੈਨੂੰ ਮੱਥਾ ਟੇਕਿਆ ਅੱਜ ਤੱਕ। ਮੈਂ ਜਦੋਂ ਆਪਣਾ ਕੰਮ ਕਰਦਾ ਸੀ, ਠੀਕ ਹੈ, ਪਰਮਾਤਮਾ ਨੇ ਸਾਨੂੰ ਜਿਵੇਂ ਰੋਜੀ ਰੋਟੀ ਦਿੱਤੀ ਸੀ, ਇਨਸਾਨ ਉਹੀ ਕਰਦਾ। ਪਰ ਇਹ ਹੈ ਗੱਲ ਕਿ ਮੈਂ ਜਦੋਂ ਪਰਮਾਤਮਾ ਦਾ ਨਾਮ ਜਪਦਿਆਂ ਹਿਰਦੇ ਦੇ ਅੰਦਰ ਆਤਮਿਕ ਜੋਤ ਪ੍ਰਗਟ ਹੋਈ, ਨਾਮ ਹਿਰਦੇ 'ਚ ਵਸ ਗਿਆ ਮੇਰੇ, ਲੋਕ ਮੈਨੂੰ ਨਹੀਂ ਮੱਥਾ ਟੇਕਦੇ, ਲੋਕ ਤਾਂ ਉਹ ਨਾਮ ਨੂੰ ਮੱਥਾ ਟੇਕਦੇ ਨੇ, ਲੋਕ ਤਾਂ ਉਹ ਆਤਮਿਕ ਜੋਤ ਨੂੰ ਮੱਥਾ ਟੇਕਦੇ ਨੇ। ਇੱਥੋਂ ਤੱਕ ਵੀ ਨਾਲ ਕਹਿੰਦੇ ਨਹੀਂ ਛੋਹ ਸਕਦੇ, ਸ਼ੂਦਰ ਨੇ ਨਾਲ ਬਿਠਾ ਕੇ ਰੋਟੀ ਨਹੀਂ ਖਾਣੀ। ਰਾਣੀ ਝਾਲਾਂ ਬਾਈ ਨੇ 500 ਪੰਡਤ ਨੂੰ ਵੱਖਰਾ ਬਿਠਾ ਕੇ ਪੰਗਤ ਲਾਈ ਉਹਨਾਂ ਦੀ, ਪਰ ਹਰ ਇੱਕ ਦੇ ਨਾਲ ਭਗਤ ਰਵਿਦਾਸ ਬੈਠਾ, ਹਰ ਇੱਕ ਦੇ ਨਾਲ ਬੈਠਾ। ਐਸੀ ਮਾਇਆ ਵਰਤ ਗਈ। ਫਿਰ 500 ਬੁੱਧੀ ਜੀਵੀਆਂ ਨੂੰ ਉੱਠ ਕੇ ਹੱਥ ਜੋੜ ਕੇ ਭਗਤ ਰਵਿਦਾਸ ਨੂੰ ਕਹਿਣਾ ਪਿਆ, ਭਗਤ ਜੀ ਆ ਜਾਓ, ਅਸੀਂ ਹੁਣ ਤੱਕ ਭੁੱਲੇ ਰਹੇ, ਤੁਹਾਨੂੰ ਸਮਝ ਨਹੀਂ ਸਕੇ, ਆਓ ਸਾਡੇ ਨਾਲ ਬੈਠ ਕੇ ਪ੍ਰਸ਼ਾਦਾ ਛਕੋ। ਕਿਉਂਕਿ ਜਿਸ ਵਿਅਕਤੀ ਕੋਲ ਆਤਮਿਕ ਗਿਆਨ ਹੈ, ਉਹਦੇ ਮੂਹਰੇ ਭਾਵੇਂ ਕਰੋੜਾਂ ਅਰਬਾਂ ਬੁੱਧੀਵਾਨ ਲੋਕ ਖੜ ਜਾਣ, ਉਹ ਸਾਰੇ ਹੀ ਥੱਲੇ ਪੈ ਜਾਂਦੇ ਫਿੱਕੇ। ਜੇ ਆਪਾਂ ਸਾਰੇ ਸ਼ਹਿਰ ਦੀਆਂ ਲਾਈਟਾਂ ਦੇਖੀਏ, ਇੱਥੇ ਕਿੰਨੀਆਂ ਲਾਈਟਾਂ, ਰਾਤ ਨੂੰ ਦਿਨ ਚੜ੍ਹਿਆ ਹੁੰਦਾ, ਪਰ ਜਦੋਂ ਸੂਰਜ ਚੜ੍ਹ ਗਿਆ ਸਾਰੀਆਂ ਹੀ ਫਿੱਕੀਆਂ ਪੈ ਜਾਣੀਆਂ। ਇਸ ਕਰਕੇ ਜਿਹੜੇ ਬੰਦਿਆਂ ਕੋਲੇ ਆਤਮਿਕ ਲਾਈਟ ਹੁੰਦੀ ਆ, ਉਹਦੇ ਮੂਹਰੇ ਇਨਸਾਨੀ ਬੁੱਧੀ ਤਾਂ ਕੁਛ ਵੀ ਨਹੀਂ ਹੈ, ਤੁੱਛ ਜੀ ਹੁੰਦੀ ਹੈ। ਫਿਰ ਉਹ ਗੁੱਸਾ ਕਰਦੇ ਨੇ, ਕਦੇ ਖਿੱਚਦੇ ਨੇ ਕਿ ਲੋਕ ਸਾਨੂੰ ਨਹੀਂ ਸੁਣਦੇ, ਸਾਨੂੰ ਮੰਨਦੇ ਨਹੀਂ। ਬਈ ਆਤਮਿਕ ਗੱਲ ਕਰੋ, ਬੁੱਧੀ ਦੀ ਗੱਲ ਵੱਖਰੀ ਹੈ। ਕਿਉਂਕਿ ਬੁੱਧੀ ਤਾਂ ਸੰਸਾਰ ਝੂਠੇ ਨੂੰ ਹੀ ਸੱਚਾ ਨਿਸ਼ਚੈ ਕਰੀ ਜਾਂਦੀ ਹੈ। ਇਸ ਕਰਕੇ ਆਤਮਿਕ ਗਿਆਨ ਬਹੁਤ ਵੱਡੀ ਚੀਜ਼ ਹੈ। ਜਦੋਂ ਆਤਮਿਕ ਗਿਆਨ ਹੋਇਆ, ਹਰ ਰਤਨ ਪਦਾਰਥ ਲਾਧਾ, ਅਮੋਲਕ ਪਦਾਰਥ ਨੂੰ ਅੰਤःਕਰਨ ਰੂਪ ਘਰ ਵਿੱਚੋਂ ਹੀ ਲੈ ਲਿਆ। ਜਦੋਂ ਪ੍ਰਾਪਤ ਹੋ ਗਿਆ, ਉਹਦੇ ਨਾਲ ਫਿਰ ਕੀ ਹੋਇਆ? ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮਤਿ ਖਾਧਾ। ਕਹਿੰਦੇ ਜਿਸ ਵੇਲੇ ਗੁਰਾਂ ਦੀ ਸਿੱਖਿਆ ਦੁਆਰਾ ਆਪ ਉਦਮ ਕਰਕੇ ਆਪਾ ਭਾਅ ਜਿਹੜਾ ਸੀ ਨਾ, ਹੰਕਾਰ ਨੂੰ ਖਾ ਲਿਆ ਤੋਂ ਭਾਵ ਹੰਕਾਰ ਦਾ ਨਾਸ਼ ਕਰ ਦਿੱਤਾ। ਹੰਗਤਾ ਮਮਤਾ ਰੂਪੀ ਰੋਗ ਮੇਰਾ ਦੂਰ ਹੋ ਗਿਆ। ਹਉਮੈ ਰੋਗ ਗਿਆ, ਹਉਮੈ ਦੀਰਘ ਰੋਗ ਹੈ। ਦੁੱਖ ਲਾਥਾ, ਹਉਮੈ ਦੇ ਦੂਰ ਹੋਣ ਕਰਕੇ ਜਨਮ ਮਰਨ ਦਾ ਮੇਰਾ ਦੁੱਖ ਲੈ ਗਿਆ। ਤਾਂ ਆਪਣੇ ਸਰੂਪ ਨੂੰ ਆਪ ਹੀ ਖਾਧਾ ਤੋਂ ਭਾਵ ਧਾਰਨ ਕੀਤਾ। ਆਪ ਆਪੈ ਗੁਰਮਤਿ ਖਾਧਾ। ਆਪਣੇ ਸਰੂਪ ਨੂੰ ਫਿਰ ਦੇਖਿਆ, ਹਉਮੈ ਵਿਚਕਾਰ ਇੱਕ ਪਰਦਾ ਸੀ, ਕੰਧ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ। ਹੁਣ ਜਦੋਂ ਮੇਰਾ ਹਉਮੈ ਦਾ ਰੋਗ ਦੂਰ ਹੋਇਆ, ਗੁਰਮਤਿ ਦੁਆਰਾ ਅੰਦਰ ਪ੍ਰਕਾਸ਼ ਹੋਇਆ, ਧਾਰਨ ਕੀਤਾ ਮੈਂ ਆਪਣੇ ਸਰੂਪ ਨੂੰ, ਬ੍ਰਹਮ ਰੂਪ ਹੋ ਗਿਆ ਮੈਂ। ਉਸ ਵਕਤ ਵਾਹਿਗੁਰੂ ਦੀ ਕਿਰਪਾ ਹੋਈ, ਵੀ ਆਹੋ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਅਕਾਲ ਮੂਰਤ ਵਰ ਪਾਇਆ, ਅਬਿਨਾਸੀ ਨਾ ਕਦੇ ਮਰੈ ਨਾ ਜਾਇਆ। ਅਬਿਨਾਸੀ ਹੁੰਦਾ ਨਾਸ ਤੋਂ ਰਹਿਤ, ਕਾਲ ਸਰੂਪ ਪਤੀ ਨੂੰ ਪ੍ਰਾਪਤ ਕਰ ਲਿਆ।
ਜੋ ਪਤੀ ਨਾ ਕਦੇ ਮਰਦਾ ਹੈ ਨਾ ਜੰਮਦਾ ਹੈ, ਜੋ ਕਦੇ ਮਰਦਾ ਨਹੀਂ ਅਤੇ ਨਾ ਹੀ ਛੱਡ ਕੇ ਜਾਂਦਾ, ਵੈਸਾ ਮੈਂ ਅਕਾਲ ਮੂਰਤ ਵਾਹਿਗੁਰੂ ਪ੍ਰਾਪਤ ਕਰ ਲਿਆ, ਪਤੀ ਪ੍ਰਮਾਤਮਾ। ਵੀ ਆਹੋ ਹੋਆ ਮੇਰੇ ਬਾਬੋਲਾ, ਗੁਰਮੁਖੇ ਹਰ ਪਾਇਆ। ਇੱਥੇ ਪਾਠ ਵਿੱਚ ਇੱਕ ਪਹਿਲੀ ਪੰਕਤੀ ਨਾਲੋਂ ਦੂਜੀ ਜਦੋਂ ਲਿਖਦੇ ਨੇ ਥੋੜਾ ਫਰਕ ਰੱਖ ਲੈਂਦੇ ਨੇ। ਪਹਿਲੀ ਪੰਕਤੀ ਜਦੋਂ ਸ਼ੁਰੂ ਹੋਈ ਸੀ ਲਿਖਿਆ ਸੀ ਵੀ ਆਹੋ ਹੋਆ ਮੇਰੇ ਬਾਬੋਲਾ, ਬੱਬੇ ਨੇ ਔਂਕੜ ਲਾਇਆ ਸੀ। ਦੂਜੀ ਜਦੋਂ ਪੰਕਤੀ ਹੁਣ ਲਿਖੀ ਬਾਅਦ ਵਿੱਚ, ਫਿਰ ਬੱਬੇ ਨੂੰ ਹੋੜਾ ਲਾ ਦਿੱਤਾ। ਵੀ ਆਹੋ ਹੋਆ ਮੇਰੇ ਬਾਬੋਲਾ, ਵੀ ਆਹੋ ਹੋਆ ਮੇਰੇ ਬਾਬੋਲਾ, ਗੁਰਮੁਖੇ ਹਰ ਪਾਇਆ। ਇਹ ਪਿਆਰੇ ਬਾਬੋਲਾ ਤੋਂ ਭਾਵ ਪਿਆਰੇ ਸੰਤ ਜਨੋ, ਇਸ ਤਰੀਕੇ ਨਾਲ ਮੇਰਾ ਵਿਆਹ ਹੋ ਗਿਆ, ਮੈਨੂੰ ਗੁਰਾਂ ਦੁਆਰੇ ਹਰੀ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਹਰ ਸਤ ਸਤੇ ਮੇਰੇ ਬਾਬੁਲਾ, ਹਰ ਜਨ ਮਿਲ ਜੰਝ ਸੁਹੰਦੀ। ਇਹ ਮੇਰੇ ਬਾਬਲਾ ਪਿਆਰੇ ਸੰਤ ਜਨੋ, ਜਿਸ ਹਰੀ ਰੂਪ ਪਤੀ ਨਾਲ ਮੇਰਾ ਵਿਆਹ ਹੋਇਆ ਨਾ, ਉਸ ਹਰੀ ਪਤੀ, ਉਹ ਜਿਹੜਾ ਹਰੀ ਪਤੀ ਪਰਮਾਤਮਾ ਹੈ, ਉਹ ਸਤ ਤੋਂ ਭਾਵ ਨਿਸ਼ਚੇ ਕਰਕੇ ਸਤ ਸਰੂਪ ਹੈ। ਹਰ ਸਤ ਸਤੇ ਮੇਰੇ ਬਾਬੁਲਾ, ਉਸ ਹਰੀ ਦੇ ਜੋ ਸੰਤ ਜਨ ਆ ਕੇ ਮਿਲੇ ਨੇ, ਇਹੋ ਸੋਭਨੀਕ ਜੰਝ ਹੈ ਮੇਰੀ। ਸਾਰੇ ਮਹਾਤਮਾ ਨੇ ਆ ਕੇ ਵਧਾਈਆਂ ਦਿੱਤੀਆਂ, ਧੰਨ ਹੈ ਤੂੰ। ਦੇਵਤੇ ਫੁੱਲਾਂ ਦੀ ਵਰਖਾ ਕਰਦੇ ਨੇ, ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਧੰਨ ਹੈ ਤੂੰ, ਤੂੰ ਅਕਾਲ ਪੁਰਖ ਦੀ ਹੋ ਗਈ, ਤੂੰ ਅਕਾਲ ਪੁਰਖ ਦੀ ਪਤਨੀ ਬਣ ਗਈ, ਅੱਜ ਤੋਂ ਉਹਦੇ ਵਿੱਚ ਹੀ ਲੀਨ ਹੋ ਗਈ ਹੈ। ਪੀਵਕੜੈ ਹਰ ਜਪ ਸੁਹੇਲੀ, ਵਿੱਚ ਸਾਹੁਰੜਾ ਖਰੀ ਸੁਹੰਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾਤ ਲੋਕ ਰੂਪ ਜਿਹੜਾ ਨਾ ਪੇਕੇ ਘਰ ਵਿੱਚ ਜਿਹੜੀ ਇਸਤਰੀ ਹਰੀ ਨਾਮ ਨੂੰ ਜਪ ਕੇ ਸੁਖੀ ਹੋਈ ਹੈ, ਉਹ ਪਰਲੋਕ ਰੂਪ ਸਹੁਰੇ ਘਰ ਵਿੱਚ ਵੀ ਬੜੀ ਚੰਗੀ ਸੋਭਾ ਵਾਲੀ ਹੁੰਦੀ ਹੈ। ਸਾਹੁਰੜਾ ਵਿੱਚ ਖਰੀ ਸੁਹੰਦੀ, ਜਿਨ ਪੇਵਕੜਾ ਨਾਮ ਸੰਭਾਲਿਆ। ਸੁਹੰਦੀ ਦੇ ਸੱਸੇ ਨੂੰ ਹੋੜਾ ਹੈ, ਕਈ ਵਾਰੀ ਸੱਸੇ ਨੂੰ ਔਂਕੜ ਵੀ ਆ ਜਾਂਦਾ, ਇਉਂ ਧਿਆਨ ਰੱਖਣਾ ਆਪਣਾ ਪੜ੍ਹਦਿਆਂ ਹੋਇਆਂ। ਮਹਾਰਾਜ ਕਹਿੰਦੇ ਉਹ ਪਰਲੋਕ ਰੂਪ ਸਹੁਰੇ ਘਰ ਵਿੱਚ ਖਰੀ ਤੋਂ ਭਾਵ ਚੰਗੀ ਸੋਭਾ ਵਾਲੀ ਹੁੰਦੀ। ਜਿਸ ਜੀਵ ਰੂਪ ਇਸਤਰੀ ਨੇ ਮਾਤ ਲੋਕ ਰੂਪ ਪੇਕੇ ਘਰ ਵਿੱਚ ਹਰੀ ਨਾਮ ਨੂੰ ਯਾਦ ਕੀਤਾ ਸੀ, ਬਹੁਤਾ ਧਨ ਖੱਟਿਆ ਸੀ ਨਾਮ ਦਾ, ਉਹਦੀ ਪਰਲੋਕ ਵਿੱਚ ਬੜੀ ਪੁੱਛਗਿੱਛ ਵੀ ਧਨ ਹੈ ਗੁਰਮੁਖਾ, ਤੋਂ ਇੰਨੀ ਕਮਾਈ ਕਰਕੇ ਆਇਆ ਹੈ, ਧਨ ਹੈ। ਉਹਦੀ ਕਮਾਈ ਦੇ ਅੱਗੇ ਸਾਰੇ ਝੁਕਦੇ ਨੇ, ਧਨ ਹੈ। ਦੁਨਿਆਵੀ ਧਨ ਤਾਂ ਸਾਰੇ ਲੋਕ ਇਕੱਠਾ ਕਰਦੇ ਨੇ, ਦੁਨਿਆਵੀ ਧਨ ਦੇ ਮੂਹਰੇ ਕੌਣ ਝੁਕਦਾ? ਕੋਈ ਵੀ ਨਹੀਂ ਝੁਕਦਾ। ਪਰ ਲੋਕ ਵਿੱਚ ਦੁਨਿਆਵੀ ਧਨ ਨੂੰ ਤਾਂ ਮਾੜਾ ਮੰਨਿਆ ਜਾਂਦਾ, ਪਰ ਨਾਮ ਧਨ ਨੂੰ ਸਾਰੇ ਸਿਰ ਝੁਕਾਉਂਦੇ ਨੇ। ਸਭ ਸਫਲਿਓ ਜਨਮ ਤਿੰਨਾਂ ਦਾ, ਗੁਰਮੁਖ ਜਿਨ੍ਹਾਂ ਮਨ ਜਿਣ ਪਾਸਾ ਢਾਲਿਆ। ਉਹਨਾਂ ਗੁਰਮੁਖਾਂ ਦਾ ਮਨੁੱਖਾ ਜਨਮ ਸਭ ਤਰ੍ਹਾਂ ਕਰਕੇ ਸਫਲਾ ਹੋ ਗਿਆ ਹੈ, ਜਿਨ੍ਹਾਂ ਨੇ ਮਨ ਦੇ ਜਿਤਨੇ ਰੂਪੀ ਪਾਸਾ ਢਾਲ ਲਿਆ, ਜਿਨ੍ਹਾਂ ਨੇ ਮਨ ਨੂੰ ਜਿੱਤ ਕੇ ਸੰਸਾਰ ਵੱਲੋਂ ਮੋਢਾ ਫੇਰ ਲਿਆ, ਆਪਣਾ ਸੰਸਾਰ ਵੱਲ ਨੂੰ ਆਪਣੀ ਕੰਡ ਕਰ ਲਈ। ਜਿਨ੍ਹਾਂ ਨੇ ਮਨ ਨੂੰ ਜਿੱਤ ਕੇ ਤਿੰਨ ਗੁਣਾ ਰੂਪੀ ਪਾਸਾ ਢਾਲਿਆ, ਤਿੰਨਾਂ ਗੁਣਾ ਤੋਂ ਰਹਿਤ ਹੋ ਗਏ ਨੇ, ਤਮੋ ਰਜੋ ਸਤੋ, ਇਹਨਾਂ ਤੋਂ ਰਹਿਤ ਹੋ ਕੇ ਉੱਪਰ ਉੱਠ ਗਏ ਨੇ। ਹਰ ਸੰਤ ਜਨਾ ਮਿਲ ਕਾਰਜ ਸੋਹਿਆ, ਵਰ ਪਾਇਆ ਪੁਰਖ ਆਨੰਦੀ। ਹਰੀ ਦੇ ਸੰਤ ਜਨਾਂ ਨਾਲ ਮਿਲਣੇ ਕਰਕੇ ਮੇਰਾ ਮੁਕਤੀ ਰੂਪ ਕਾਰਜ ਸੋਭਨੀਕ ਹੋ ਗਿਆ, ਮੁਕਤੀ ਰੂਪੀ ਕਾਰਜ ਸਵਰ ਗਿਆ ਹੈ। ਆਨੰਦੀ ਪੁਰਖ ਜੋ ਪ੍ਰਮਾਤਮਾ ਹੈ, ਉਸ ਵਰ ਪਤੀ ਨੂੰ ਮੈਨੇ ਪ੍ਰਾਪਤ ਕਰ ਲਿਆ, ਕਹਿੰਦੇ ਨੇ। ਹਰ ਸਤ ਸਤ ਮੇਰੇ ਬਾਬੋਲਾ, ਹਰ ਜਨ ਮਿਲ ਜੰਝ ਸੁਹੰਦੀ। ਇਹ ਮੇਰੇ ਬਾਬੋਲਾ ਹੋੜੇ ਨਾਲ ਹੈ ਇੱਥੇ। ਇਹ ਪਿਆਰੇ ਸੰਤ ਜਨੋ, ਜਿਸ ਆਨੰਦੀ ਪੁਰਖ ਨਾਲ ਮੇਰਾ ਵਿਆਹ ਹੋਇਆ ਨਾ, ਉਹ ਹਰੀ ਸਤ ਨਿਸ਼ਚੇ ਕਰਕੇ ਸਤ ਸਰੂਪ ਹੈ। ਉਹ ਵਾਹਿਗੁਰੂ ਜੋ ਮਹਾਤਮਾ ਜਨ ਆ ਕੇ ਮਿਲੇ ਨੇ, ਪਰਮਾਤਮਾ ਦੇ ਜੋ ਮਹਾਤਮਾ ਮਿਲੇ ਨੇ, ਉਹੀ ਮੇਰੀ ਜੰਝ ਹੈ। ਇਹਦੇ ਵਿੱਚ ਸਾਧੂ ਜਨ ਨੂੰ ਪਤਾ ਲੱਗ ਜਾਂਦਾ ਕਿ ਅੱਜ ਕਿੱਥੇ ਕਿਰਪਾ ਹੋਈ। ਰਾਤ ਨੂੰ ਜਦੋਂ ਸਮਾਧੀ ਲਾ ਕੇ ਰੱਬ ਦੇ ਪਿਆਰੇ ਬੈਠਦੇ ਨੇ, ਉਹਨਾਂ ਨੂੰ ਕੁੱਲ ਦੁਨੀਆ ਦੇ ਵਿੱਚ ਜਿੱਥੇ ਕੋਈ ਬੈਠਾ ਭਗਤੀ ਕਰਦਾ, ਉਹ ਸਾਰੇ ਇਉਂ ਦਿਖਦੇ ਨੇ ਜਿਵੇਂ ਆਪਾਂ ਨੂੰ ਅਸਮਾਨ ਦੇ ਤਾਰੇ ਦਿਖਦੇ ਹੁੰਦੇ ਨੇ। ਇਸੇ ਤਰ੍ਹਾਂ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਬੰਦਾ ਭਗਤੀ ਵਾਲਾ, ਕਿਹੜਾ ਨਹੀਂ ਭਗਤੀ ਵਾਲਾ। ਹਰ ਪ੍ਰਭ ਮੇਰੇ ਬਾਬਲਾ,
ਹਰ ਦੇਵ ਹੋ ਦਾਨ ਮੈਂ ਦਾਜੋ। ਜਿਵੇਂ ਵਿਆਹ ਦੇ ਮੌਕੇ ਪ੍ਰਤੱਖ ਪਿਓ ਆਪਣੀ ਲੜਕੀ ਨੂੰ ਦਾਜ ਦਾਨ ਦਿੰਦਾ, ਕਹਿੰਦੇ ਤਿਵੇਂ ਹੀ ਮੇਰੇ ਪਿਤਾ ਦੀ ਨਿਆਈ ਬਾਬਲਾ, ਪਿਆਰੇ ਸਤਿਗੁਰੂ, ਵਾਹਿਗੁਰੂ ਵਾਹਿਗੁਰੂ ਜੋ ਪ੍ਰਭੂ ਪਰਮਾਤਮਾ ਰੱਖਿਅਕ ਹੈ, ਉਹਦੇ ਨਾਮ ਰੂਪੀ ਦਾਜ ਦਾ ਦਾਨ ਦੇਣਾ ਕਰੋ। ਲੋਕੀ ਸੰਸਾਰੀ ਦਾਜ ਮੰਗਦੇ ਨੇ। ਮਹਾਰਾਜ ਕਹਿੰਦੇ ਇਹ ਕਦੋਂ ਤੱਕ ਚੱਲੂਗਾ? ਦਾਜ ਲੈਣਾ ਤਾਂ ਨਾਮ ਦਾ ਲਓ। ਮਹਾਰਾਜ ਮੈਨੂੰ ਨਾਮਦਾਨ ਬਖਸ਼ੋ, ਇਹ ਕਿਰਪਾ ਕਰੋ ਮੇਰੇ ਤੇ। ਕਹਿੰਦੇ ਕੱਪੜਾ ਲੀੜਾ ਹੋਰ ਕੁਛ, ਕਹਿੰਦੇ ਕੁਛ ਨਹੀਂ ਚਾਹੀਦਾ। ਹਰ ਕੱਪੜੋ ਹਰ ਸੋਭਾ ਦੇਵਹੋ, ਜਿਤ ਸਬਰੈ ਮੇਰਾ ਕਾਜੋ। ਵਾਹਿਗੁਰੂ ਨਾਮ ਰੂਪੀ ਕੱਪੜਾ ਦਿਓ ਜੀ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਅਤੇ ਵਾਹਿਗੁਰੂ ਪ੍ਰਭੂ ਦੀ ਸੋਭਾ ਕਰਨੀ ਦਿਓ ਮੈਨੂੰ, ਪ੍ਰਮਾਤਮਾ ਦੀ ਸੋਭਾ ਕਰਨੀ ਦਿਓ। ਵਾਹਿਗੁਰੂ ਵਾਹਿਗੁਰੂ ਦੀ ਸੋਭਾ ਕਰਨੇ ਰੂਪ ਕੱਪੜਾ ਦਿਓ, ਜਿਸ ਕਰਕੇ ਮੇਰਾ ਮੁਕਤੀ ਰੂਪ ਕਾਰਜ ਸੁਧਰ ਜਾਵੇ। ਦੁਨਿਆਵੀ ਕੱਪੜੇ, ਦੁਨਿਆਵੀ ਚੀਜ਼ਾਂ, ਦੁਨਿਆਵੀ ਪਦਾਰਥ ਮੈਂ ਨਹੀਂ ਮੰਗਦਾ। ਸਤਿਗੁਰੂ ਨੇ ਇੱਥੇ ਦਾਜ ਦਾ ਖੰਡਨ ਵੀ ਕਰ ਦਿੱਤਾ। ਦਾਜ ਦਹੇਜ ਦੇਣੇ ਜਿਹੜੇ ਮਹਾਰਾਜ ਚੰਗਾ ਨਹੀਂ ਮੰਨਦੇ, ਕਿਉਂਕਿ ਲੜਕੀ ਦੇ ਮਾਂ-ਬਾਪ ਬਹੁਤ ਦੁਖੀ ਹੋ ਕੇ ਵਿਚਾਰੇ ਕਰਜ਼ਾ ਚੱਕ ਕੇ ਜਦੋਂ ਚੀਜ਼ਾਂ ਦਿੰਦੇ ਨੇ, ਉਹਦਾ ਕੋਈ ਫਾਇਦਾ ਨਹੀਂ ਹੈ। ਖੁਸ਼ੀ ਨਾਲ ਕੋਈ ਆਪਣੀ ਖੁਸ਼ੀ ਨਾਲ ਹੀ ਕੋਈ ਚੀਜ਼ ਦਿੰਦਾ, ਕਿਸੇ ਕੋਲ ਹੈ ਕਿਸੇ ਕੋਲ ਨਹੀਂ ਹੈ, ਉਹ ਅਲੱਗ ਗੱਲ ਹੈ। ਇਹ ਦੂਸਰੀ ਗੱਲ। ਤੀਸਰੀ, ਉਸ ਤੋਂ ਵੀ ਉੱਪਰ ਕਿ ਅਸੀਂ ਕੁਝ ਲੈਣਾ ਹੀ ਨਹੀਂ, ਸਿਰਫ ਲੜਕੀ ਗੁਰਮੁਖ ਮਿਲ ਜੇ ਬਸ, ਸੁਚੱਜੀ ਹੋਵੇ, ਬਾਣੀ ਪੜ੍ਹਨ ਵਾਲੀ ਹੋਵੇ, ਘਰ ਦਾ ਸੁਧਾਰ ਕਰੇ, ਉੱਚੀ ਕੁਲ ਵਾਲੀ ਹੋਵੇ। ਉੱਚੀ ਕੁਲ ਤੋਂ ਭਾਵ ਕਿ ਉਹਦੇ 'ਚ ਗੁਣ ਉੱਚੀ ਕੁਲ ਵਾਲੇ ਹੋਣ। ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ। ਵਾਹਿਗੁਰੂ ਵਾਹਿਗੁਰੂ ਦੀ ਭਗਤੀ ਕਰਨ ਨਾਲ ਮੁਕਤੀ ਰੂਪ ਜਿਹੜਾ ਕਾਰਜ ਸੋਭਨੀਕ ਹੋ ਜਾਂਦਾ। ਗੁਰ ਸਤਿਗੁਰ ਹੈ ਪੂਜਨੀਕ ਸਤਿਗੁਰੂ ਆਪ ਜੀ ਦੇ ਪਾਸੋਂ ਨਾਮ ਭਗਤੀ ਰੂਪ ਦਾਨ ਪਰਮੇਸ਼ਰ ਨੇ ਕਿਰਪਾ ਕਰਕੇ ਦਿਵਾਇਆ। ਭੰਡਾਰਾ ਤਾਂ ਗੁਰਾਂ ਦੇ ਕੋਲ ਹੀ ਹੈ। ਗੁਰ ਸਤਿਗੁਰ ਦਾਨ ਦਿਵਾਇਆ। ਸਤਿਗੁਰਾਂ ਨੇ ਪ੍ਰਮਾਤਮਾ ਤੋਂ ਵੀ ਦਿਵਾਇਆ, ਪ੍ਰਮਾਤਮਾ ਨੇ ਸਤਿਗੁਰਾਂ ਤੋਂ ਦਿਵਾਇਆ ਹੈ। ਇੱਕੋ ਹੀ ਰੂਪ ਹੈ। ਕਿਤੇ ਤਾਂ ਸਤਿਗੁਰੂ ਲਿਖ ਦਿੰਦੇ ਨੇ ਕਿ ਅਸੀਂ ਸਾਡੇ ਕੋਲ ਨਹੀਂ ਕੁਛ, ਅਸੀਂ ਤਾਂ ਪ੍ਰਮਾਤਮਾ ਤੋਂ ਦਿਵਾਉਂਦੇ ਹਾਂ। ਪਰ ਪ੍ਰਮਾਤਮਾ ਕਹਿੰਦੇ ਸਤਿਗੁਰੂ ਰੂਪ ਵੀ ਤਾਂ ਮੇਰਾ ਹੀ ਆ, ਇਹਨਾਂ ਕੋਲ ਹੀ ਸਾਰੇ ਭੰਡਾਰੇ ਦਿੱਤੇ ਨੇ। ਅੱਗੇ ਸਤਿਗੁਰੂ ਕਹਿੰਦੇ ਸੰਤਨ ਰਿਦਾ ਭੰਡਾਰ, ਕਹਿੰਦੇ ਮੇਰੇ ਭੰਡਾਰੇ ਤਾਂ ਸੰਤਾਂ ਕੋਲੇ, ਉਹਨਾਂ ਤੋਂ ਲਓ ਜਾ ਕੇ। ਇਸ ਤਰ੍ਹਾਂ ਵਡਿਆਈ ਦਿੰਦੇ ਨੇ। ਕਹਿੰਦੇ ਮਹਾਰਾਜ ਕਹਿੰਦੇ ਸੰਤ ਮਹਾਤਮਾ ਕਹਿੰਦੇ ਸਾਰੇ ਭੰਡਾਰੇ ਤਾਂ ਸਾਧ ਸੰਗਤ ਵਿੱਚ, ਸੰਗਤ ਕੋਲੋਂ ਭੰਡਾਰਾ ਲੈ ਲਓ। ਖੰਡ ਵਰ ਭੰਡ ਹਰ ਸੋਭਾ ਹੋਈ, ਇਹੋ ਦਾਨ ਨਾ ਰਲੈ ਰਲਾਇਆ। ਹਰੀ ਨਾਮ ਕਰਕੇ ਖੰਡਾਂ ਬ੍ਰਹਿਮੰਡਾਂ ਵਿੱਚ ਹਰ ਤਰ੍ਹਾਂ ਦੀ ਸੋਭਾ ਹੋ ਗਈ ਹੁਣ ਮੇਰੀ। ਇਹ ਨਾਮਦਾਨ ਹੋਰ ਵਿਹਾਰਕ ਦਾਨਾਂ ਨਾਲ ਰਲਾਇਆ, ਰਲਦਾ ਨਹੀਂ। ਐਡੀ ਵੱਡੀ ਚੀਜ਼ ਦੇਤੀ, ਨਾਮ ਦਾ ਦਾਨ ਦੇਤਾ। ਹੋਰ ਮਨਮੁਖ ਦਾਜ ਜੇ ਰੱਖ ਦਿਖਲ ਹੈ, ਸੋ ਕੂੜ ਅਹੰਕਾਰ ਕੱਚ ਪਾਜੋ। ਕਹਿੰਦੇ ਨਾਮ ਤੋਂ ਬਿਨਾਂ ਹੋਰ ਵਿਆਹ ਸਮੇਂ ਜਿਹੜੇ ਮਨਮੁਖ ਲੋਕ ਪੁਰਸ਼ ਨੇ, ਉਹ ਇੱਕ ਕਮਰੇ ਵਿੱਚ ਬੇਕੀਮਤੇ ਸੂਟ, ਗਹਿਣੇ, ਭਾਂਡੇ, ਬਿਸਤਰੇ, ਅਨਮੁੱਲੇ ਪਦਾਰਥਾਂ ਦਾ ਦਾਜ ਐਨ ਸਾਹਮਣੇ ਰੱਖ ਕੇ ਪਿੰਡ ਵਾਲਿਆਂ ਨੂੰ ਦਿਖਾਉਣਗੇ, ਆਹ ਦੇਖੋ ਅਸੀਂ ਆਹ ਚੀਜ਼ਾਂ ਦਿੱਤੀਆਂ। ਉਹ ਦਿੱਤੇ ਦਾਜ ਦਾ ਹੰਕਾਰ ਕਰਨਾ ਝੂਠਾ ਹੀ ਹੈ। ਅਤੇ ਬਹੁਤ ਸਾਰਾ ਦਾਜ ਦੇ ਕੇ ਜੋ ਕੁੜਮਾਂ ਨਾਲ ਜੋੜ ਮੇਲ ਰੱਖਣ ਦਾ ਢੰਗ ਬਣਾਉਂਦੇ ਨੇ, ਉਹ ਵੀ ਪਾਜੋ ਤੋਂ ਭਾਵ ਪਖੰਡ ਹੈ, ਵਿਖਾਵਾ ਹੈ, ਕੱਚਾ ਹੈ। ਹੁਣ ਕੋਈ ਕਹੇ ਤੁਹਾਨੂੰ ਵੀ ਦਿਖਾਓ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ, ਤੁਸੀਂ ਕਿਹੜਾ ਕਦੇ ਪਾਠ ਕੀਤਾ ਹੁੰਦਾ? ਜਿਹੜਾ ਕਹਿਣ ਵਾਲਾ ਉਹਨੂੰ ਵੀ ਨਹੀਂ ਪਤਾ। ਐਦਾਂ ਲੋਕ ਇੱਕ ਦੂਜੇ ਨੂੰ ਦੱਬ ਲੈਂਦੇ। ਕਿੱਥੇ ਲਿਖਿਆ ਮਹਾਰਾਜ? ਉਹ ਮੂਹਰੋਂ ਪੜ੍ਹਿਆ ਵੀ ਨਹੀਂ ਹੁੰਦਾ, ਅਗਲਾ ਦਬਕ ਜਾਂਦਾ ਉੱਥੇ। ਜਦ ਹੁਣ ਸਾਰੀ ਕਥਾ ਸੁਣੀ ਹੋਊ, ਕਹੋ 79 ਅੰਗ ਤੇ ਲਿਖਿਆ ਹੋਇਆ ਸ੍ਰੀ ਰਾਗ ਦੇ ਚੌਥੇ ਪਾਤਸ਼ਾਹ ਦੇ ਛੰਤਾਂ 'ਚ। ਇਸ ਢੰਗ ਨਾਲ ਇਹ ਪੌੜੀ ਹੈ ਚੌਥੀ ਇਹ ਸ਼ਬਦ ਦੀ, ਵੀ ਉੱਥੇ ਲਿਖਿਆ ਮਹਾਰਾਜ ਨੇ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲ ਹੈ, ਸੋ ਕੂੜ ਅਹੰਕਾਰ ਕੱਚ ਪਾਜੋ। ਇਹ ਸਾਰਾ ਕੁਝ ਦਿਖਾਵਾ ਹੀ ਹੈ ਸੰਸਾਰ ਦਾ। ਐਵੇਂ ਦਾਜ ਰੱਖ ਰੱਖ ਕੇ ਟੌਰ ਬਣਾਉਣੀ ਆਪਣੀ। ਮਹਾਰਾਜ ਕਹਿੰਦੇ ਇਹ ਗੱਲਾਂ ਸਾਨੂੰ ਮਨਜ਼ੂਰ ਨਹੀਂ ਹੈ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵ ਹੋ ਦਾਨ ਮੈਂ ਦਾਜੋ।
प्यारे सतगुरु कृपा करो मैनू वाहिगुरु वाहिगुरु नाम दा दाज दिओ, यही दान देना करो। हर राम राम मेरे बाबोला, फिर मिल धन वेल वधंदी। पिता वांगू है मेरे बाबला प्यारे सतगुरु परमेश्वर पति नाल मिलने करके मैं जो जीव रूप इस्त्री हाँ ना, धन तो भाव जीव रूप इस्त्री दी शुभ गुणा रूपी वेल वधी है। हुण मेरी आप जी नू राम राम है। बस ਚੱਲੀਆਂ ਹੁਣ ਕਿੱਥੇ? ਬੇਗਮਪੁਰਾ ਸੱਚਖੰਡ ਵਸੈ ਨਿਰੰਕਾਰ। ਸਦੀਵੀ ਕਾਲ ਮੈਂ ਪਰਮਾਤਮਾ ਵਿੱਚ ਲੀਨ ਹੋਣ ਜਾ ਰਹੀ ਹਾਂ। ਹੁਣ ਮੁੜ ਕੇ ਨਹੀਂ ਆਵਾਂਗੀ ਮੈਂ। ਬਹੁਰ ਹਮ ਕਾਹੇ ਆਵਾਂਗੇ। ਹੁਣ ਕਿਉਂ ਆਵਾਂਗੇ? ਕਿਉਂਕਿ ਹੁਣ ਤਾਂ ਅਸੀਂ ਪਰਮੇਸ਼ਰ ਵਿੱਚ ਲੀਨ ਹੋਣ ਜਾ ਰਹੇ ਹਾਂ। ਸਾਡੇ ਉੱਤੇ ਉਹਦੀ ਕਿਰਪਾ ਹੋ ਗਈ ਹੈ। ਜਿਵੇਂ ਪ੍ਰਤੱਖ ਲੜਕੀ ਵਿਆਹ ਕਰਕੇ ਜਿਸ ਵੇਲੇ ਚੱਲਦੀ ਹੈ ਤਾਂ ਆਪਣੇ ਮਾਂ-ਬਾਪ ਨੂੰ ਕਹਿੰਦੀ ਹੈ, ਫਤਿਹ ਬੁਲਾ ਦਿੰਦੀ, ਸਤਿ ਸ੍ਰੀ ਅਕਾਲ ਕਹਿ ਦਿੰਦੀ ਹੈ, ਰਾਮ ਰਾਮ ਕਹਿ ਦਿੰਦੀ ਹੈ। ਇਸੇ ਤਰ੍ਹਾਂ ਜਗਿਆਸੂ ਰੂਪ ਲੜਕੀ ਪਰਮੇਸ਼ਰ ਪਤੀ ਨਾਲ ਵਿਆਹ ਕਰਾ ਕੇ ਆਪਣੇ ਪਿਤਾ ਰੂਪ ਗੁਰਾਂ ਨੂੰ ਰਾਮ ਰਾਮ ਕਹਿ ਦਿੰਦੀ। ਸੋ ਇਸ ਢੰਗ ਦੇ ਨਾਲ ਮੇਰੇ ਬਾਬਲਾ ਹੈ, ਮੇਰੇ ਪਿਆਰੇ ਸਤਿਗੁਰੂ ਹਰੀ ਰਾਮ ਜੋ ਸਾਰੇ ਰਮਿਆ ਹੋਇਆ, ਤਿਸ ਪਿਰੀ ਨਾਲ ਮਿਲਣ ਕਰਕੇ ਮੈਂ ਇਸਤਰੀ ਦੀ ਸ਼ੁਭ ਗੁਣਾ ਰੂਪੀ ਵੇਲ ਵੱਧ ਗਈ ਹੈ। ਇਹ ਵੇਲ ਹੁਣ ਚੱਲਣੀ ਦੂਰ ਤੱਕ। ਇੱਕ ਪਰਿਵਾਰ ਵਿੱਚ ਇੱਕ ਭਗਤੀ ਵਾਲੀ ਇਸਤਰੀ ਆ ਜੇ, ਕਈ ਕੁਲਾਂ ਤੱਕ ਉੱਥੇ ਭਗਤੀ ਦਾ ਵਾਸਾ ਰਹਿੰਦਾ। ਜਿਸ ਕੁਲ 'ਚ ਬੇਬੇ ਨਾਨਕੀ ਚਲੀ ਗਈ ਉਹ ਕੁਲਾਂ ਹੀ ਤਾਰਤੀਆਂ। ਜਿਸ ਕੁਲ ਵਿੱਚ 6ਵੇਂ ਪਾਤਸ਼ਾਹ ਦੀ ਸਪੁੱਤਰੀ ਬੀਬੀ ਵੀਰੋ ਚਲੀ ਗਈ ਉਹਦੀਆਂ ਕੁਲਾਂ ਹੀ ਤਰ ਗਈਆਂ। ਬੀਬੀ ਅਮਰੋ ਜੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਅੰਗਦ ਦੇਵ ਨਾਲ ਮਿਲਾਉਣ ਦਾ ਕਾਰਨ ਬਣੀ। ਬੀਬੀ ਭਾਨੀ ਜੀ, ਬੀਬੀ ਦਾਨੀ ਜੀ, ਇਸ ਤਰ੍ਹਾਂ ਚੱਜੀਆਂ ਉਹਨਾਂ ਉੱਤੇ ਕਿਰਪਾ ਹੋਈ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ੁਭ ਗੁਣਾ ਰੂਪੀ ਵੇਲ ਵਧੀ। ਇਹ ਵੇਲ ਕਿੰਨੀ ਕੁ ਵਧੀ? ਹਰ ਜੁਗ ਹੈ ਜੁਗੋ, ਜੁਗ ਜੁਗ ਹੈ ਜੁਗੋ, ਸਦ ਪੀੜੀ ਗੁਰੂ ਚਲੰਦੀ। ਇਹ ਪੰਕਤੀ ਦਾ ਪੜ੍ਹਨਾ ਤੇ ਵਿਸ਼ਰਾਮ ਵਿਸ਼ੇਸ਼ ਜਾਣ ਲੈਣਾ, ਨਹੀਂ ਤਾਂ ਆਮ ਬੰਦਾ ਪੜੂਗਾ ਹਰ ਜੁਗ ਹੈ ਜੁਗੋ, ਜੁਗ ਜੁਗ ਹੈ ਜੁਗੋ, ਉਲਝ ਜੇ ਜਾਂਦਾ। ਸਿੱਧਾ ਹੀ ਹਿਸਾਬ ਹੈ ਹਰ ਜੁਗ ਹੈ ਜੁਗੋ, ਜੁਗ ਜੁਗ ਹੈ ਜੁਗੋ, ਸਦ ਪੀੜੀ ਗੁਰੂ ਚਲੰਦੀ। ਹਰੀ ਸਰੂਪ ਸਤਿਗੁਰਾਂ ਦੀ ਪ੍ਰਮਾਤਮਾ ਨਾਲ ਜੁੜਨ ਦੀ ਪੀੜੀ ਸਦਾ ਹੀ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ ਇਹਨਾਂ ਚਾਰਾਂ ਯੁੱਗਾਂ ਵਿੱਚ ਚਲਦੀ ਆਈ। ਗੁਰਾਂ ਦੁਆਰੇ ਜਗਿਆਸੂ ਦੀ ਹਰੀ ਨਾਲ ਜੁੜਨ ਦੀ ਪੀੜੀ ਸਦਾ ਹੀ ਚਾਰਿਆਂ ਯੁੱਗਾਂ ਵਿੱਚ ਚੱਲਦੀ ਆਈ। ਤੀਜਾ ਭਾਵ ਕੀ ਕਹਿੰਦੇ ਨੇ? ਵੈਰਾਗ, ਵਿਵੇਕ, ਖੜ ਸੰਮਤੀ, ਮੋਖ, ਇੱਛਾ ਰੂਪ ਯੁੱਗ ਤੋਂ ਭਾਵ ਚਾਰ ਸਾਧਨਾਂ ਵਿੱਚ ਜੁਗੋ ਤੋਂ ਭਾਵ ਜੁੜ ਕੇ ਮੈਂ ਸਤਿਗੁਰਾਂ ਦੇ ਉਪਦੇਸ਼ ਵਿੱਚ ਜੁਗ ਹੈ ਤੋਂ ਭਾਵ ਜੁੜਿਆ ਹੈ। ਉਹਦੀ ਸਾਰਿਆਂ ਯੁੱਗਾਂ ਵਿੱਚ ਜੁਗੋ ਤੋਂ ਭਾਵ ਜੁੜੇ ਹੋਏ ਹਰੀ ਨਾਲ ਜੁੜਨ ਦੀ ਪ੍ਰੀਤੀ ਸਦਾ ਚੱਲਦੀ ਆ ਰਹੀ ਹੈ। ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ। ਜੁਗਾਂ ਜੁਗਾਂ ਵਿੱਚ ਸਤਿਗੁਰਾਂ ਦੀ ਪੀੜੀ ਚੱਲ ਰਹੀ ਆ, ਜਿਨ੍ਹਾਂ ਮੁਖੀ ਗੁਰਾਂ ਨੇ ਵਾਹਿਗੁਰੂ ਦੇ ਨਾਮਾਂ ਨੂੰ ਧਿਆਉਣਾ ਕੀਤਾ ਹੈ। ਜੁਗਾਂ ਜੁਗਾਂ ਵਿੱਚ ਸਤਿਗੁਰਾਂ ਦੁਆਰੇ ਜਗਿਆਸੂ ਦੀ ਪੀੜੀ ਚੱਲ ਰਹੀ ਹੈ, ਜਿਨ੍ਹਾਂ ਜਗਿਆਸੂਆਂ ਨੇ ਗੁਰਾਂ ਦੁਆਰੇ ਵਾਹਿਗੁਰੂ ਦਾ ਨਾਮ ਧਿਆਉਣਾ ਕੀਤਾ। ਹਰ ਪੁਰਖ ਨਾ ਕਬਹੀ ਬਿਨਸੈ ਜਾਵੈ, ਨਿਤ ਦੇਵੈ ਚੜ੍ਹੈ ਸਵਾਇਆ। ਹਰੀ ਪੁਰਖ ਕਦੇ ਵੀ ਬਿਨਸ ਨਹੀਂ ਜਾਂਦਾ। ਜਿਹਨੂੰ ਆਪਣਾ ਆਪ ਦੇ ਦਿੰਦਾ ਉਹਦਾ ਸਵਾਏ ਤੋਂ ਸਵਾਏ ਜਸ ਚੜ੍ਹਦਾ ਜਾਂਦਾ, ਮਹਿਮਾ ਵੱਧਦੀ ਜਾਂਦੀ ਹੈ। ਉਹਨਾਂ ਗੁਰਮੁਖਾਂ ਨੂੰ ਹਰੀ ਪੁਰਖ ਨਿਤ ਹੀ ਸਵਾਏ ਤੋਂ ਸਵਾਇਆ ਚੜ੍ਹ ਕੇ ਦਾਨ ਦਿੰਦਾ, ਨਾਮ ਦਾਨ ਦਿੰਦਾ, ਜੋ ਕਦੇ ਨਾਸ ਹੀ ਨਹੀਂ ਹੁੰਦਾ। ਨਾਨਕ ਸਤ ਸਤ ਹਰ ਏਕੋ, ਜਪ ਹਰ ਹਰ ਨਾਮ ਸੁਹੰਦੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸੰਤ ਸ਼ਾਂਤ ਆਤਮਾ, ਸੰਤ ਤੇ ਹਰੀ ਦੋਵੇਂ ਇੱਕੋ ਰੂਪ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸੰਤ ਹਰ ਏਕੋ। ਸਤਿਗੁਰੂ ਕਹਿੰਦੇ ਸ਼ਾਂਤ ਆਤਮਾ, ਸੰਤ ਤੇ ਹਰੀ ਦੋਵੇਂ ਇੱਕੋ ਹੀ ਰੂਪ ਨੇ। ਸੰਤ ਤੋਂ ਭਾਵ ਸੰਤ ਹਰੀ ਦਾ ਸਰੂਪ ਨੇ ਤੇ ਹਰੀ ਸੰਤ ਅਵਤਾਰ ਧਾਰ ਕੇ ਆਇਆ, ਇਸ ਲਈ ਦੋਨੋਂ ਇੱਕ ਰੂਪ ਨੇ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋਰੀ। ਸੰਤਾਂ ਕੋ ਮਤ ਕੋਈ ਨਿੰਦੋ,
ਸੰਤ ਰਾਮ ਹੈ ਏਕੋ। ਇਹ ਇੱਕੋ ਹੀ ਰੂਪ ਨੇ। ਬਿਰਤੀ ਦੀ ਗੱਲ ਹੈ। ਕੀ ਕਹਿ ਗਏ ਵੀ ਦੁਨੀਆ 'ਚ ਠੱਗ ਜੇ ਪੈਦਾ ਹੋ ਗਏ, ਇਹਨਾਂ ਕਰਕੇ ਸੰਤਾਂ ਦਾ ਨਾਮ ਬਦਨਾਮ ਹੋਇਆ। ਪਰ ਨਹੀਂ ਤਾਂ ਸੰਤ ਮਹਾਤਮਾ ਬਹੁਤ ਉੱਚੀ ਚੀਜ਼ ਹੁੰਦੀ। ਇਹ ਹੌਲੀ ਹੌਲੀ ਹਰੇਕ ਚੀਜ਼ ਨੂੰ ਲੋਕੀ ਬਦਨਾਮ ਕਰਨ। ਗੁਰੂ ਨਾਨਕ ਦੇਵ ਜੀ ਵੇਲੇ ਭਾਈ ਅੱਖਰ ਪ੍ਰਚਲਿਤ ਹੋਇਆ। ਭਾਈ ਬੁੱਢਾ ਜੀ, ਭਾਈ ਲਹਿਣਾ ਜੀ, ਭਾਈ ਭਗੀਰਥ ਜੀ, ਭਾਈ ਮਨਸੁਖ ਸ਼ਾਹੂਕਾਰ, ਭਾਈ ਬਾਲਾ ਜੀ ਭਾਈ ਕਹਿੰਦੇ। ਹੌਲੀ ਹੌਲੀ ਫਿਰ ਭਾਈ ਅੱਖਰ ਦੀ ਬਦਨਾਮੀ ਕਰਤੀ, ਕਿਉਂਕਿ ਭਾਈ ਅੱਖਰ ਰਖਾ ਕੇ ਮਾੜੇ ਕੰਮ ਕੀਤੇ ਜਿਨ੍ਹਾਂ ਨੇ। ਇਸੇ ਤਰ੍ਹਾਂ ਫਿਰ ਮਸਨੰਦ ਅੱਖਰ ਸ਼ੁਰੂ ਹੋਇਆ। ਮਸਨੰਦ ਨਾਮ ਗੱਦੀ ਦਾ। ਹੌਲੀ ਹੌਲੀ ਉਹ ਮਸੰਦ ਹੀ ਬਣ ਗਏ, ਉਹ ਵੀ ਬਦਨਾਮ ਹੋ ਗਏ। ਗਿਆਨੀ ਅੱਖਰ ਬਹੁਤ ਉੱਚਾ ਅੱਖਰ ਹੈ। ਫਿਰ ਕਈਆਂ ਨੇ ਆਪਣਾ ਨਾਂ ਗਿਆਨੀ ਰਖਾ ਕੇ ਪੁੱਠੇ ਕੰਮ ਕੀਤੇ, ਗਿਆਨੀ ਅੱਖਰ ਬਦਨਾਮ ਹੋ ਗਿਆ। ਇਸੇ ਤਰ੍ਹਾਂ ਹੀ ਹੈ, ਲੋਕ ਜਦੋਂ ਦੇਖਦੇ ਉਹ ਫਲਾਨਾ ਨਾਮ ਬੜਾ ਚੱਲਦਾ, ਉਹ ਵੀ ਕਈ ਲੁੱਟਣ ਦੇ ਮਾਰੇ ਉਹੋ ਜਿਹਾ ਨਾਂ ਲਿਖਾ ਕੇ ਉਸ ਅੱਖਰ ਨੂੰ ਬਦਨਾਮ ਕਰ ਦਿੰਦੇ ਨੇ। ਫਿਰ ਅੱਖਰ ਮਾੜਾ ਨਹੀਂ ਹੈ, ਬੰਦੇ ਵਿੱਚ ਮਾੜੇ ਆ ਗਏ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਪਰਮਾਤਮਾ ਦੇ ਪਿਆਰੇ ਇੱਕੋ ਹੀ ਰੂਪ ਨੇ। ਜਪ ਹਰ ਹਰ ਨਾਮ ਸੁਹੰਦੀ। ਸੰਤਾਂ ਦੀ ਬਿਰਤੀ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਵਿੱਚ ਸੁਹੰਦੀ ਸੋਭਨੀਕ ਹੋ ਰਹੀ ਹੈ। ਹਰ ਰਾਮ ਰਾਮ ਮੇਰੇ ਬਾਬਲਾ, ਫਿਰ ਮਿਲ ਧਨ ਵੇਲ ਵਧੰਦੀ। ਇਹ ਪਿਆਰੇ ਗੁਰੂ ਹਰੀ ਰਾਮ ਜੋ ਸਾਰੇ ਰਮਿਆ ਹੋਇਆ, ਉਸ ਪਤੀ ਪ੍ਰਮਾਤਮਾ ਨਾਲ ਮਿਲਣ ਕਰਕੇ ਮੈਂ ਇਸਤਰੀ ਦੀ ਸ਼ੁਭ ਗੁਣਾ ਰੂਪੀ ਵੇਲ ਵਧੀ ਹੈ। ਸ਼ੁਭ ਗੁਣਾ ਦੀ ਵੇਲ ਸੰਤ ਮਹਾਤਮਾ ਦਾ ਕਰਮ ਹੁੰਦਾ ਹੈ। ਰਾਮ ਜੋ ਦਾਤਾ ਮੁਕਤ ਕਾ, ਸੰਤ ਜਪਾਵੈ ਨਾਮ। ਜੇ ਹੁਣ ਸੰਤ ਨਾਮ ਜਪਾਵੇ, ਬਾਣੀ ਪੜ੍ਹੇ, ਰੋਮ ਰੋਮ ਸਿਮਰਨ ਚੱਲਦਾ ਹੋਵੇ, ਦੁਨੀਆ ਦਾ ਭਲਾ ਕਰਦਾ ਹੋਵੇ, ਚੌਥੇ ਪਦ ਵਿੱਚ ਵਰਤਦਾ ਹੋਵੇ, ਫੇਰ ਸੰਤ ਹੈ। ਜੇ ਸੰਤ ਜੀ ਹੋਣੀ ਤਮੋ ਗੁਣੀ ਹੋ ਜਾਣ, ਰਜੋ ਗੁਣੀ ਹੋ ਜਾਣ, ਫੇਰ ਤਾਂ ਸੰਤ ਨਾ ਰਹੇ। ਇਹ ਬਦਨਾਮੀ ਕਦੋਂ ਤੋਂ ਸ਼ੁਰੂ ਹੋਈ? ਜਦੋਂ ਰਜੋ ਗੁਣੀ ਹੋ ਗਏ, ਰਾਜਸੀ ਹੋ ਗਏ, ਰਾਜਸੀ ਲੋਕਾਂ ਨਾਲ ਬਹਿਣਾ ਉੱਠਣਾ ਹੋ ਗਿਆ। ਬਹੁਤ ਸਾਰੀਆਂ ਗੱਲਾਂ ਫਿਰ ਚੁੱਭ ਜਾਂਦੀਆਂ ਜੇ ਕਹਿ ਦਈਏ ਤਾਂ। ਲੋੜ ਨਹੀਂ ਸੀਗੀ ਐਵੇਂ ਖਾਮ-ਖਾਂ ਵੋਟਾਂ 'ਚ ਖੜੇ ਹੋਣਾ, ਸੰਤ ਸਮਾਜ ਬਣਾ ਲਿਆ। ਉਹਦੇ ਨਾਲ ਰਾਜਸੀ ਲੋਕਾਂ ਨਾਲ ਟੱਕਰ ਹੋ ਗਈ। ਰਾਜਸੀ ਲੋਕਾਂ ਨੇ ਐਸੀ ਧਰ ਕੇ ਰਗੜਾ ਮਾਰਿਆ, ਸਾਰੇ ਬਦਨਾਮ ਕਰਤੇ। ਕੀ ਲੋੜ ਸੀ? ਆਪਣਾ ਭਜਨ ਪਾਠ ਕਰਦੇ, ਆਰਾਮ ਨਾਲ ਬੰਦਗੀ ਕਰਦੇ, ਦੁਨੀਆ ਨੂੰ ਚੰਗੇ ਪਾਸੇ ਲਾਉਂਦੇ, ਗੁਰਬਾਣੀ ਦਾ ਉਪਦੇਸ਼ ਕਰਦੇ, ਇੱਧਰ ਨੂੰ ਆਉਂਦੇ ਹੀ ਨਾ। ਪਰ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਡਾ ਕਰਮ ਨਹੀਂ ਹੈ ਉਹ। ਸਾਡੀ ਜਿਹੜੀ ਲਾਈਨ ਹੈ, ਸਾਧੂ ਦੀ ਲਾਈਨ, ਸੰਤਾਂ ਦੀ ਲਾਈਨ, ਗੁਰਸਿੱਖਾਂ ਦੀ, ਗੁਰਮੁਖਾਂ ਦੀ, ਉਹ ਵੱਖਰੀ ਹੁੰਦੀ ਹੈ। ਸ਼ਾਂਤ ਆਤਮਾ, ਸ਼ਾਂਤ ਚਿੱਤ, ਬਾਣੀ ਪੜ੍ਹਨ ਵਾਲੇ, ਦੁਨੀਆ ਨੂੰ ਨਾਮ ਜਪਾਉਣ ਵਾਲੇ, ਆਪ ਜਪਣ ਵਾਲੇ, ਉਹ ਹੁੰਦੇ ਸਾਧੂ ਮਹਾਤਮਾ। ਜਦੋਂ ਸੰਤ ਜੀ ਨਿਤਨੇਮ ਹੀ ਛੱਡ ਗਏ ਤੇ ਰਾਜਸੀ ਹੋ ਗਏ ਨੇ, ਤੇ ਫਿਰ ਬਦਨਾਮੀ ਹੋਣੀ ਹੋਣੀ। ਆਪਣੀ ਜਦੋਂ ਚਾਲ ਚੱਲਦੇ ਚੱਲਦੇ ਚਾਲ ਹੀ ਭੁੱਲ ਜਾਈਏ। ਹੰਸਾਂ ਦੀ ਚਾਲ ਹੰਸ ਨੂੰ ਚੱਲਣੀ ਚਾਹੀਦੀ। ਜੇ ਹੰਸ ਕਾਂ ਦੀ ਚਾਲ ਚੱਲਣ ਲੱਗ ਜੇ, ਕਾਂ ਵਾਂਗੂ ਖਾਣਾ ਕਰ ਦੇਵੇ, ਫਿਰ ਉਹਨੂੰ ਕੋਈ ਹੰਸ ਨਹੀਂ ਕਹਿੰਦਾ। ਉਹ ਤਾਂ ਕਾਂ ਕਾਂ ਕਰਦਾ, ਕਾਂ ਬਣ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਾਂ ਕਾਲਾ ਹੈ, ਕਾਂ ਬਿਸਟਾ ਖਾਂਦਾ, ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਏ। ਜੇ ਆਪਣੀ ਚਾਲ ਛੱਡ ਦੇਵੇ, ਮਰਿਆਦਾ ਛੱਡ ਦਿੱਤੀ, ਤਾਂ ਹੀ ਉਹ ਡਿੱਗਿਆ। ਡਿੱਗਣ ਕਰਕੇ ਸਤਿਗੁਰੂ ਕਹਿੰਦੇ ਬਦਨਾਮੀ ਹੋ ਜਾਂਦੀ। ਤਾਂ ਤੇ ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ, ਸੱਚਾਈ ਕੌੜੀ ਹੁੰਦੀ, ਪਰ ਕੌੜਾ ਘੁੱਟ ਪੀਣ ਨਾਲ ਫਾਇਦਾ ਹੋ ਜਾਂਦਾ। ਨਿੰਮ ਦਾ ਪਾਣੀ ਲੋਕ ਰਗੜ ਕੇ ਪੀਂਦੇ ਨੇ, ਪਰ ਅੰਦਰੋਂ ਬਿਮਾਰੀਆਂ ਕਈ ਉੱਡ ਜਾਂਦੀਆਂ ਨੇ।